ਸਤਿਜੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਤ੍ਰੇਤਾ ਤੈ ਮਾਣਿਓ, ਰਾਮ ਰਘੁਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀਓ। ਉਗਰਸੈਨ ਕੋ ਰਾਜ, ਅਭੈ ਭਗਤ ਹੈ ਜਨ ਦੀਓ। ਕਲ ਯੁਗ ਪ੍ਰਮਾਣ, ਨਾਨਕ ਗੁਰ ਅੰਗਦ ਅਮਰ ਕਹਾਇਓ। ਸ਼੍ਰੀ ਗੁਰੂ ਰਾਜ ਅਬ ਚਲਿਆ ਟਲ, ਆਦ ਪੁਰਖ ਫਰਮਾਇਓ। ਭਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆਂ। ਇਕ ਓੰਕਾਰ, ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮੈਂ ਹੰਸ ਪ੍ਰਾਨਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਹਾਏ, ਕੀਚੜ ਡੂਬੈ ਮੈਲ ਨ ਜਾਏ। ਰਹਾਉ ਰਖ ਰਖ ਚਰਨ ਤਰੇ ਵਿਚਾਰੀ। ਦੁਬਿਧਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ। ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨ ਜਾਏ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮਹਿ ਹੰਸ, ਹੰਸ ਮਹਿ ਸਾਗਰ। ਅਕਥ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇਕ ਜੋਗੀ ਬੈਸੇ। ਨਾਰ ਨਾ ਪੁਰਖ ਕਹੋ ਕੋ ਕੈਸੇ।
ਤ੍ਰਿਭਵਨ ਜੋਤ ਰਹੇ ਲਿਵ ਲਾਈ। ਸੁਰ ਨਰ ਨਾਥ ਸੱਚੇ ਸ਼ਰਨਾਈ। ਆਨੰਦ ਮੂਲ ਅਨਾਥ ਆਧਾਰੀ। ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਸ਼ਲ ਭੈ ਕਾਟਣ ਹਾਰੇ। ਹਉ ਮੈਂ ਮਾਰ ਮਿਲੇ ਪਗ ਧਾਰੇ। ਅਨਕ ਜਤਨ ਕਰ ਕਾਲ ਸੰਤਾਏ। ਮਰਨ ਲਿਖਾਏ ਮੰਡਲ ਮਹਿ ਆਏ। ਜਨਮ ਪਦਾਰਥ ਦੁਬਦਾ ਖੋਵੈ। ਆਪ ਨ ਚੀਨਸ ਭ੍ਰਮ ਭ੍ਰਮ ਰੋਵੈ। ਕਹਿਤੋ ਪੜ੍ਹਤੋ ਸੁਣਤੋ ਏਕ। ਧੀਰਜ ਧਰਮ ਧਰਣੀ ਧਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ। ਚੌਥੇ ਪਦ ਕੋ ਜੇ ਮਨ ਪਤਿਆਏ। ਸਾਚੇ ਨਿਰਮਲ ਮੈਲ ਨ ਲਾਗੈ। ਗੁਰ ਕੈ ਸ਼ਬਦ ਪਰਮ ਭਉ ਭਾਗੈ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਸੂਰਤ ਮੂਰਤ ਆਦ ਅਨੂਪ। ਨਾਨਕ ਜਾਚੈ ਸਾਚ ਸਰੂਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਆਪ ਜੀ ਨੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ, ਗੁਰ ਮੰਤਰ ਦੇ ਜਾਪ, ਆਸਾ ਦੀ ਵਾਰ ਦਾ ਕੀਰਤਨ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਦੇ ਰਾਗੀ ਜਥੇ ਪਾਸੋਂ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਅੱਜ ਦਾ ਜੋ ਇਲਾਹੀ ਫਰਮਾਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਉਸ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ, ਜੋ ਰਾਗ ਧਨਾਸਰੀ ਵਿੱਚ ਸਤਿਗੁਰਾਂ ਨੇ ਅਸ਼ਟਪਦੀਆਂ ਦੇ ਸਰਲੇਖ ਹੇਠ
ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 685 ਅਤੇ 86 ਅੰਗ ਤੇ ਪਾਵਨ ਪਵਿੱਤਰ ਸ਼ਬਦ ਸੁਭਾਇਮਾਨ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਸਮੁੱਚੀ ਮਾਨਵਤਾ ਨੂੰ ਸੁਨੇਹਾ ਦੇ ਰਹੇ ਹਨ, ਸਾਹਿਬ ਕਿਰਪਾ ਕਰਦੇ ਨੇ ਕਿ ਗੁਰੂ ਸਾਗਰ ਦੀ ਤਰ੍ਹਾਂ ਰਤਨਾਂ ਨਾਲ ਭਰਪੂਰ ਹੈ ਤੇ ਇਸ ਸਾਗਰ ਦੇ ਜਿਹੜੇ ਹੰਸ ਬਣ ਕੇ ਗੁਰਸਿੱਖ ਆਉਂਦੇ ਹਨ, ਉਹ ਇਸ ਸਾਗਰ ਦੇ ਵਿੱਚੋਂ ਕੀਮਤੀ ਹੀਰੇ ਰਤਨ ਜਵਾਹਰ ਪ੍ਰਾਪਤ ਕਰਦੇ ਹਨ। ਤੇ ਸਾਹਿਬ ਕਹਿੰਦੇ ਨੇ ਜਿਹੜਾ ਜੀਵ ਬਗਲੇ ਦੀ ਤਰ੍ਹਾਂ ਹੈ, ਗੁਰਬਾਣੀ ਵਿੱਚ ਹੰਸ ਤੇ ਬਗਲਾ ਦੋ ਸ਼ਬਦ ਜਦੋਂ ਆਉਂਦੇ ਨੇ, ਹੰਸ ਨੂੰ ਜਦੋਂ ਵਿਦਵਾਨਾਂ ਨੇ ਉਹਦੇ ਅਰਥ ਕੀਤੇ ਨੇ ਤੇ ਹੰਸ ਤੋਂ ਭਾਵ ਲਿਆ ਜਾਂਦਾ ਹੈ ਗੁਰਸਿੱਖ, ਬਗਲੇ ਦੀ ਗੱਲ ਆਵੇ ਤੇ ਭਾਵ ਲਿਆ ਜਾਂਦਾ ਹੈ ਮਨਮੁਖ, ਮਨ ਪਿੱਛੇ ਤੁਰਨ ਵਾਲਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਕਿ ਇਸ ਮਾਨ ਸਰੋਵਰ ਤੇ ਗੁਰਸਿੱਖ ਹੰਸ ਆਉਂਦੇ ਹਨ ਤੇ ਇੱਥੋਂ ਆਪਣੀ ਖੁਰਾਕ ਛਕਦੇ ਨੇ ਮਾਨਕ ਮੋਤੀ ਭਾਵ ਰੱਬੀ ਗੁਣ। ਬਗਲਾ ਜਿਹੜਾ ਹੈ ਭਾਵ ਮਨਮੁਖ, ਉਹ ਛੱਪੜਾਂ ਤੇ ਜਾਂਦਾ ਹੈ ਤੇ ਛੱਪੜ ਤੋਂ ਗੰਦਗੀ ਹੀ ਮਿਲਦੀ ਹੈ, ਡੱਡੀਆਂ ਮੱਛੀਆਂ ਮਿਲਦੀਆਂ ਨੇ, ਚਿੱਕੜ ਮਿਲਦਾ ਹੈ ਭਾਵ ਕੁਸੰਗਤ। ਉਹ ਕੁਸੰਗਤ ਵਿੱਚ ਜਾਂਦਾ ਹੈ ਤੇ ਕੁਸੰਗਤ ਵਿੱਚ ਜਾਣ ਨਾਲ ਉੱਥੋਂ ਦੇ ਉਹਦੇ ਮਨ ਉੱਤੇ ਜੋ ਪ੍ਰਭਾਵ ਪੈਂਦੇ ਹਨ, ਉੱਥੋਂ ਉਹਨੂੰ ਗੰਦਗੀ ਹੀ ਮਿਲਦੀ ਹੈ, ਕਿਉਂਕਿ ਕੁਸੰਗਤ ਵਿੱਚੋਂ ਗੰਦ ਹੀ ਮਿਲ ਸਕਦਾ ਹੈ, ਚੰਗੀ ਗੱਲ ਉੱਥੋਂ ਮਿਲ ਨਹੀਂ ਸਕਦੀ। ਅੱਜ ਦੇ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਹੇ ਭਾਈ, ਅਸੀਂ ਉਸ ਮਾਨ ਸਰੋਵਰ ਤੋਂ, ਜੋ ਗੁਰੂ ਮਾਨ ਸਰੋਵਰ ਹੈ, ਅਸੀਂ ਗੁਰਸਿੱਖ ਹੰਸ ਬਣ ਕੇ ਇਸ ਮਾਨ ਸਰੋਵਰ ਤੇ ਆਈਏ ਤੇ ਇਸ ਮਾਨ ਸਰੋਵਰ ਤੋਂ ਸਾਨੂੰ ਹੀਰੇ ਮੋਤੀ ਰੱਬੀ ਗੁਣ ਪ੍ਰਾਪਤ ਹੋਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਰ ਵੀ ਪ੍ਰਮਾਣ ਨੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਸਾਹਿਬ ਕਿਰਪਾ ਕਰਦੇ ਨੇ ਕਿ ਸਰਵਰ ਹੰਸ ਧੁਰੈ ਹੀ ਮੇਲਾ ਖਸਮੈ ਏਵੇਂ ਭਾਣਾ। ਸਾਹਿਬ ਕਹਿੰਦੇ ਨੇ ਜਿਹੜੇ ਗੁਰਸਿੱਖ ਨੇ ਤੇ ਜਿਹੜਾ ਮਾਨ ਸਰੋਵਰ ਹੈ, ਇਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਧੁਰੋਂ ਹੀ ਬਖਸ਼ਿਸ਼ ਜਦੋਂ ਜੀਵ ਨੂੰ ਮਿਲਦੀ ਹੈ, ਇਉਂ ਕਹਿ ਲਓ ਕਿ ਵੱਡ ਭਾਗੀ ਹਰ ਸੰਗਤ ਪਾਵੇ, ਵੀ ਵੱਡਿਆਂ ਭਾਗਾਂ ਨਾਲ ਹੀ ਸਤ ਸੰਗਤ ਪ੍ਰਾਪਤ ਹੁੰਦੀ ਹੈ। ਤੇ ਸਾਹਿਬ ਕਹਿੰਦੇ ਸਰਵਰ ਹੰਸ ਧੁਰੈ ਹੀ ਮੇਲਾ। ਇਸ ਸਰਵਰ ਦੇ ਨਾਲ ਗੁਰਸਿੱਖ ਹੰਸ ਦਾ ਜਿਹੜਾ ਸੰਬੰਧ ਬਣਿਆ, ਇਹ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨੇ ਧੁਰੋਂ ਹੀ ਬਣਾ ਦਿੱਤਾ ਹੈ। ਸਰਵਰ ਹੰਸ ਧੁਰੈ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਸਾਹਿਬ ਜੀ ਕਹਿੰਦੇ ਕਿਉਂਕਿ ਹੰਸ ਦੀ ਖੁਰਾਕ ਜਿਹੜੀ ਹੈ ਉਹ ਮਾਨ ਸਰੋਵਰ ਤੋਂ ਹੀਰੇ ਮੋਤੀ ਛਕਦਾ ਹੈ, ਉਹਦੀ ਖੁਰਾਕ ਹੀ ਇਹ ਹੈ। ਤੇ ਸਾਹਿਬ ਕਹਿੰਦੇ ਹਨ ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ, ਉਹਨਾਂ ਰਿਜ਼ਕ ਨਾ ਪਾਇਓ ਉੱਥੇ ਉਹਨਾਂ ਹੋਰੋ ਖਾਣਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਬਗਲਾ ਹੈ ਤੇ ਕਾਗ ਹੈ, ਇਹ ਉਸ ਮਾਨ ਸਰੋਵਰ ਤੇ ਨਹੀਂ ਜਾਂਦੇ, ਕਿਉਂਕਿ ਉਹਨਾਂ ਦੀ ਖੁਰਾਕ ਜਿਹੜੀ ਹੈ ਉਹ ਮਾਨ ਸਰੋਵਰ ਤੇ ਨਹੀਂ ਹੈ। ਭਾਵ ਇਹਦਾ ਇਹ ਬਣਦਾ ਹੈ ਕਿ ਜਿਹੜੇ ਗੁਰਸਿੱਖ ਨੇ ਉਹ ਸਤ ਸੰਗਤ ਵਿੱਚ ਜਾਂਦੇ ਨੇ, ਉਹਨਾਂ ਦੀ ਖੁਰਾਕ ਉੱਥੇ ਹੈ। ਮਨ ਪਿੱਛੇ ਤੁਰਨ ਵਾਲੇ ਮਨਮੁਖ ਜਿਹੜੇ ਜੀਵ ਹਨ, ਉਹ ਜਾਂਦੇ ਨੇ ਕੁਸੰਗਤ ਤੇ, ਉਹਨਾਂ ਦੀ ਖੁਰਾਕ ਉੱਥੇ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਪਰ ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਇੱਕ ਹੋਰ ਵਿਆਖਿਆ ਬੜੀ ਸੋਹਣੀ ਕੀਤੀ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਿਹੜੀ ਬਾਹਰੀ ਤੌਰ ਤੇ ਤੁਸੀਂ ਉਦਾਹਰਨ ਲੈਣੀ ਹੈ ਹੰਸ ਦੀ ਚਾਹੇ ਬਗਲੇ ਦੀ, ਉਹ ਬਾਹਰੀ ਤੌਰ ਤੇ ਉਦਾਹਰਨ ਤਾਂ ਆਪਾਂ ਲੈ ਸਕਦੇ ਆ,
ਕਿ ਜਿਹੜਾ ਹੰਸ ਹੈ ਉਹ ਮਾਨ ਸਰੋਵਰ ਤੇ ਜਾਂਦਾ, ਉਹਦੀ ਖੁਰਾਕ ਹੈ। ਬਗਲਾ ਜਿਹੜਾ ਜੇ ਮਾਨ ਸਰੋਵਰ ਤੇ ਚਲਿਆ ਜਾਏ ਤੇ ਉਹਦੀ ਉੱਥੇ ਖੁਰਾਕ ਨਹੀਂ। ਪਰ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਹੈ ਕਿ ਜਿਹੜੇ ਮਨਮੁਖ ਜੀਵ ਹਨ ਬਗਲੇ ਦੀ ਤਰ੍ਹਾਂ ਨੇ, ਪਰ ਜੇ ਕਿਤੇ ਉਹ ਮਾਨ ਸਰੋਵਰ ਗੁਰੂ ਮਹਾਰਾਜ ਜੀ ਜਿਹੜਾ ਮਾਨ ਸਰੋਵਰ ਹੈ, ਸਤਸੰਗਤ ਮਾਨ ਸਰੋਵਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮਾਨ ਸਰੋਵਰ, ਜੇ ਕਿਤੇ ਮਨਮੁਖ ਬਗਲਾ ਦੀ ਤਰ੍ਹਾਂ ਕਾਂ ਵਰਗੀ ਬਿਰਤੀ ਵਾਲਾ ਜੀਵ ਜੇ ਇਸ ਮਾਨ ਸਰੋਵਰ ਤੇ ਆ ਜਾਂਦਾ ਹੈ ਤੇ ਸਾਹਿਬ ਜੀ ਕਹਿੰਦੇ ਇੱਥੋਂ ਹੰਸ ਬਣ ਕੇ ਤੁਰ ਜਾਂਦਾ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਬੜੇ ਪਿਆਰੇ ਬਚਨ ਨੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤਾ ਕਊਆ ਹੰਸ ਹੋ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਈ ਗੁਰੂ ਦਾ ਐਸਾ ਜਿਹੜਾ ਮਾਨ ਸਰੋਵਰ ਹੈ ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਹੜਾ ਮੈਲੀ ਬਿਰਤੀ ਵਾਲਾ ਜੀਵ ਹੈ, ਕਾਂ ਬਿਰਤੀ ਵਾਲਾ, ਬਗਲਾ ਬਿਰਤੀ ਵਾਲਾ ਜਿਹੜਾ ਜੀਵ ਹੈ, ਇਸ ਗੁਰੂ ਦੇ ਮਾਨ ਸਰੋਵਰ ਦੇ ਵਿੱਚੋਂ ਜਦੋਂ ਚੁੱਪੀ ਮਾਰ ਕੇ ਬਾਹਰ ਨਿਕਲਦਾ ਹੈ ਤੇ ਉਹ ਹੰਸ ਦੀ ਤਰ੍ਹਾਂ ਬਣ ਜਾਂਦਾ ਹੈ। ਭਾਵ ਇਹਦਾ ਇਹ ਬਣਦਾ ਹੈ ਕਿ ਜਦੋਂ ਜਿਹੜਾ ਜੀਵ ਟੁੱਟਿਆ ਹੋਇਆ ਹੈ, ਮਨ ਪਿਛੇ ਤੁਰਨ ਵਾਲਾ ਕੁਸੰਗਤ ਵਿੱਚ ਪਿਆ ਹੋਇਆ, ਉਹ ਹੌਲੀ ਹੌਲੀ ਸੰਗਤ ਵਿੱਚ ਆਉਣ ਲੱਗ ਪਵੇ, ਉਹਨੂੰ ਸੰਗਤ ਮਿਲਣ ਲੱਗ ਪਵੇ ਤਾਂ ਉਹਦੀ ਜਿਹੜੀ ਬਿਰਤੀ ਹੈ ਮਨਮੁਖਤਾ ਵਾਲੀ ਉਹ ਬਦਲ ਜਾਂਦੀ ਹੈ, ਤਬਦੀਲ ਹੋ ਜਾਂਦੀ ਹੈ, ਉਹ ਵੀ ਗੁਰਸਿੱਖਾਂ ਦੇ ਵਿੱਚ ਆ ਜਾਂਦਾ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਭਾਈ ਆਪਣਾ ਜਿਹੜਾ ਗੁਰੂ ਦਾ ਮਹਾਨ ਸਰੋਵਰ ਸਮੁੰਦਰ ਹੈ ਇਹਨੂੰ ਕਦੀ ਤਿਆਗਣਾ ਨਹੀਂ ਚਾਹੀਦਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਵੇਂ ਇਹਦੇ ਵਾਸਤੇ ਸਾਨੂੰ ਖਿਆਈ ਵੀ ਕਿਉਂ ਨਾ ਝੱਲਣੀ ਪਵੇ, ਭਾਵ ਕਿ ਸਿੱਖੀ ਦਾ ਮਾਰਗ ਕਠਿਨ ਮਾਰਗ ਹੈ, ਤੇ ਭਗਤ ਕਬੀਰ ਸਾਹਿਬ ਇੱਕ ਉਦਾਹਰਨ ਤੇ ਪ੍ਰਮਾਣ ਦਿੰਦੇ ਨੇ ਬੜਾ ਪਿਆਰਾ। ਕਹਿੰਦੇ ਨੇ, ਹੇ ਮਛਲੀਏ, ਜੇ ਤੂੰ ਮਾਨ ਸਰੋਵਰ ਨੂੰ ਛੱਡ ਕੇ ਤੇ ਸ਼ਿਕਾਰੀ ਦੇ ਮਗਰ ਲਾ ਕੇ ਤੂੰ ਉਹਦੇ ਟੋਭੇ ਵਿੱਚ ਚਲੀ ਗਈ, ਜਿਹੜਾ ਕਿ ਉਹਨੇ ਆਪਣੇ ਘਰ ਵਿੱਚ ਬਣਾਇਆ ਹੋਇਆ ਪਾਣੀ ਹੈ, ਜੇ ਤੂੰ ਸਰੋਵਰ ਨੂੰ ਛੱਡ ਕੇ ਟੋਭੇ ਵਿੱਚ ਚਲੀ ਜਾਵੇਂਗੀ ਤੇ ਉਸ ਸ਼ਿਕਾਰੀ ਦੇ ਅਧੀਨ ਰਵੇਂਗੀ, ਜਦੋਂ ਉਹਦਾ ਜੀ ਕਰੇਗਾ ਤੈਨੂੰ ਟੋਭੇ ਵਿੱਚੋਂ ਬਾਹਰ ਕੱਢ ਕੇ ਖਾ ਲਵੇਗਾ। ਇਹ ਮੱਛੀ ਕਦੀ ਵੀ ਸਰੋਵਰ ਨਾ ਛੱਡੀ, ਕਿਉਂਕਿ ਸਾਗਰ ਨੇ, ਸਰੋਵਰ ਨੇ ਤੈਨੂੰ ਬਚਾ ਕੇ ਰੱਖਣਾ ਹੈ, ਇਥੋਂ ਤੈਨੂੰ ਸ਼ਿਕਾਰੀ ਨਹੀਂ ਪਕੜ ਸਕਦਾ। ਪਰ ਟੋਭੇ ਵਿੱਚ ਪਾਣੀ ਥੋੜਾ, ਨਾਲੇ ਟੋਭਾ ਆਪਣਾ ਉਹਦਾ ਬਣਾਇਆ ਹੋਇਆ ਹੈ, ਜਦੋਂ ਉਹਦਾ ਜੀ ਕਰੇਗਾ ਪਾਣੀ ਸੁਕਾ ਲਵੇਗਾ, ਤੈਨੂੰ ਪਕੜ ਲਵੇਗਾ। ਗੱਲ ਉੱਥੇ ਵੀ ਜੀਵ ਦੀ ਕੀਤੀ ਹੈ ਕਿ ਇਹ ਜੀਵ ਇਸ ਮਾਨ ਸਰੋਵਰ ਨੂੰ ਛੱਡ ਕੇ ਐਵੇਂ ਦੇਹ ਧਾਰੀਆਂ ਦੇ, ਦੇਵੀ ਦੇਵਤਿਆਂ ਦੇ, ਡੇਰੇਦਾਰਾਂ ਦੇ, ਆਦਿਕ ਪਖੰਡੀਆਂ ਦੇ ਮਗਰ ਨਾ ਲੱਗ ਜਾਈਂ, ਉਹ ਤੇਰਾ ਜੀਵਨ ਬਰਬਾਦ ਕਰ ਦੇਣਗੇ। ਬੜਾ ਪਿਆਰਾ ਬਚਨ ਹੈ ਭਗਤ ਕਬੀਰ ਸਾਹਿਬ ਜੀ ਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਥੋੜ੍ਹਾ ਜਲ ਮਾਛਲੀ ਝੀਵਰ ਮੇਲਿਓ ਜਾਲ। ਕਹਿੰਦੇ ਥੋੜ੍ਹੇ ਪਾਣੀ ਵਿੱਚ ਮੱਛੀ ਛੇਤੀ ਪਕੜੀ ਜਾਂਦੀ ਹੈ। ਕਬੀਰ ਥੋੜ੍ਹਾ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੋਗਣੇ ਨਾ ਛੁੱਟ ਸੈ ਫਿਰ ਕਰ ਸਮੁੰਦ ਸੰਭਾਲ। ਇਸ ਟੋਭੇ ਵਿੱਚੋਂ ਤੇਰਾ ਛੁਟਕਾਰਾ ਨਹੀਂ ਹੋਣਾ, ਇਥੋਂ ਤੈਨੂੰ ਸ਼ਿਕਾਰੀ ਬੜਾ ਸੌਖਾ ਪਕੜ ਲਏਗਾ। ਤੇ ਅਗਲੇ ਸ਼ਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ। ਕਹਿ ਲਗੇ ਗੁਰੂ ਦਾ ਮਾਨ ਸਰੋਵਰ ਨਹੀਂ ਛੱਡਣਾ ਚਾਹੀਦਾ। ਅਤ ਖਾਰੋ ਦਾ ਮਤਲਬ ਹੈ ਕਿ ਜੇ ਇੱਥੇ ਇਸ ਮਾਰਗ ਤੇ ਚੱਲਦਿਆਂ ਹੋਇਆਂ ਸਾਨੂੰ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਜਾਏ, ਇਸ ਮਾਰਗ ਤੇ ਚੱਲਦਿਆਂ ਹੋਇਆਂ ਕਿੰਨੀਆਂ ਵੀ ਦੁੱਖ ਮੁਸੀਬਤਾਂ ਕਿਉਂ ਨਾ ਝੱਲਣੀਆਂ ਪੈ ਜਾਣ, ਪਰ ਇਸ ਦੁੱਖ ਮੁਸੀਬਤਾਂ ਨੂੰ ਝੱਲ ਕੇ ਵੀ ਗੁਰੂ ਦਰ ਉੱਤੇ ਪ੍ਰਵਾਨ ਹੋਇਆ ਜਾ ਸਕਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਜੋ ਅਤ ਖਾਰੋ ਦਾ ਮਤਲਬ ਹੈ ਖਾਰਾ ਭਾਵ ਕਿ ਕੌੜਾ ਵੀ ਕਿਉਂ ਨਾ ਹੋਵੇ, ਮਾਰਗ ਕਠਿਨ ਵੀ ਕਿਉਂ ਨਾ ਹੋਵੇ, ਪਰ ਹੋਵੇ ਸੱਚ ਦਾ ਗੁਰੂ ਦਾ ਮਾਰਗ। ਇਸ ਮਾਰਗ ਤੇ ਚੱਲਦਿਆਂ ਐ ਜੀਵ ਤੈਨੂੰ ਆਪਣਾ ਤਨ ਵੀ ਕਟਾਉਣਾ ਪੈ ਜਾਏ, ਬੰਦ ਵੀ ਕਟਾਉਣਾ ਪੈ ਜਾਏ, ਤੈਨੂੰ ਆਪਣੇ ਤਨ ਨੂੰ ਅੱਗ ਵਿੱਚ ਵੀ ਜਲਾਉਣਾ ਪੈ ਜਾਏ, ਦੇਗ ਵਿੱਚ ਵੀ ਉਬਾਲਾ ਕਿਉਂ ਨਾ ਖਾਣਾ ਪਵੇ, ਆਰੇ ਨਾਲ ਤਨ ਵੀ ਕਿਉਂ ਨਾ ਚਰਾਉਣਾ ਪਵੇ, ਬੱਚਿਆਂ ਦੇ ਟੁਕੜੇ ਵੀ ਕਿਉਂ ਨਾ ਕਰਵਾਉਣੇ ਪੈ ਜਾਣ। ਇਹ ਹੈ ਤਾਂ ਮਾਰਗ ਕਠਿਨ ਔਖਾ ਹੈ, ਪਰ ਕਹਿੰਦੇ ਕਦੀ ਛੱਡਣਾ ਨਹੀਂ ਚਾਹੀਦਾ। ਪ੍ਰਵਾਨ ਉਹੀ ਹੁੰਦੇ ਨੇ ਜਿਹੜੇ ਇਸ ਮਾਰਗ ਦੇ ਚੱਲ ਕੇ ਹਰ ਮੁਸੀਬਤ ਨੂੰ, ਆਪਣੇ ਆਈ ਹੋਈ ਮੁਸੀਬਤ ਨੂੰ ਸਿਰ ਮੱਥੇ ਤੇ ਪ੍ਰਵਾਨ ਕਰ ਲੈਂਦੇ ਹਨ। ਫਿਰ ਸਾਹਿਬ ਦੇ ਦਰ ਉੱਤੇ ਪ੍ਰਵਾਨ ਵੀ ਉਹੀ ਜੀਵ ਹੁੰਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹੇ ਹੈ ਕੋਏ। ਪੋਖਰ ਕਹਿੰਦੇ ਨੇ ਛੱਪੜ ਨੂੰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਛੱਪੜਾਂ 'ਤੇ ਜਿਹੜੇ ਤੁਰੇ ਫਿਰਦੇ ਲੋਕ ਨੇ ਉਹਨਾਂ ਨੂੰ
ਭਲਾ ਕਿਵੇਂ ਕੋਈ ਕਹਿ ਸਕਦਾ, ਭਾਵ ਕਿ ਉਹਨਾਂ ਨੂੰ ਕੀ ਮਿਲ ਸਕਦਾ ਹੈ, ਉਹਨਾਂ ਦੇ ਜੀਵਨ ਤੋਂ ਕੀ ਸੇਧ ਲਈ ਜਾ ਸਕਦੀ ਹੈ। ਛੱਪੜਾਂ ਤੋਂ ਤਾਂ ਡੱਡੀਆਂ ਮੱਛੀਆਂ ਤੇ ਗਾਰ ਗਾਂਧੀ ਮਿਲਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਕਿ ਬਗਲਾ ਹਮੇਸ਼ਾ ਛੱਪੜੀ ਤੇ ਜਾਂਦਾ ਹੈ, ਪਰ ਜਿਹੜਾ ਗੁਰਸਿੱਖ ਹੈ ਉਹ ਗੁਰੂ ਦੇ ਮਾਨ ਸਰੋਵਰ ਦੇ ਉੱਤੇ ਆਉਂਦਾ ਹੈ। ਅੱਜ ਦੀ ਰਹਾਉ ਵਾਲੀ ਪੰਕਤੀ ਦੇ ਵਿੱਚ ਸਾਹਿਬ ਨੇ ਇਹੀ ਭਾਵ ਦਰਸਾਇਆ ਹੈ। ਸਾਹਿਬ ਕਹਿੰਦੇ ਕਿਆ ਬਗ ਬਪੜਾ ਛੱਪੜੀ ਨਹਾਏ। ਜਿਹੜਾ ਬਗਲਾ ਵਿਚਾਰਾ ਹੈ, ਬਪੜਾ ਕਹਿੰਦੇ ਵਿਚਾਰੇ ਨੂੰ, ਵਿਚਾਰਾ ਬਗਲਾ ਜਿਹੜਾ ਹੈ ਛੱਪੜੀਆਂ ਤੇ ਨਹਾਉਂਦਾ ਫਿਰਦਾ ਹੈ ਤੇ ਕੀਚੜ ਡੂਬੈ ਮੈਲ ਨਾ ਜਾਏ। ਕਹਿਣ ਲੱਗੇ ਉਸ ਚਿੱਕੜ ਦੇ ਵਿੱਚੋਂ ਡੁੱਬ ਕੇ ਮੈਲ ਉਹਦੀ ਕਿਸ ਤਰ੍ਹਾਂ ਜਾ ਸਕਦੀ। ਭਾਵ ਮਨਮੁਖ ਜੀਵ ਕੁਸੰਗਤ ਵਿੱਚ ਹੀ ਜੇ ਸਾਰੀ ਜ਼ਿੰਦਗੀ ਆਪਣੀ ਬਰਬਾਦ ਕਰ ਦੇਗਾ ਤੇ ਵਿਕਾਰਾਂ ਦੀ ਮੈਲ ਕਿਵੇਂ ਉਹਦੇ ਅੰਦਰੋਂ ਜਾ ਸਕਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਹੰਸ ਹੈ ਉਹ ਕੀ ਕਰਦਾ ਹੈ, ਉਹ ਗੁਰੂ ਦੇ ਸਰੋਵਰ ਤੇ ਆਉਂਦਾ ਹੈ, ਇੱਥੋਂ ਆ ਕੇ ਆਪਣੀ ਖੁਰਾਕ ਰੱਬੀ ਗੁਣਾਂ ਨੂੰ ਪ੍ਰਾਪਤ ਕਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਹੋਰ ਵੀ ਇਸ ਸੰਬੰਧ ਵਿੱਚ ਸ਼ਬਦ ਨੇ। ਸਾਹਿਬ ਕਹਿੰਦੇ ਨੇ ਸਤਿਗੁਰ ਸਰਵਰ ਰਤਨੀ ਭਰਪੂਰੇ। ਭਈ ਗੁਰੂ ਜਿਹੜਾ ਹੈ ਇਹ ਇੱਕ ਸਾਗਰ ਦੀ ਤਰ੍ਹਾਂ ਹੈ, ਇਹਦੇ ਵਿੱਚ ਰਤਨ ਹੀ ਰਤਨ ਹਨ ਤੇ ਭਰਪੂਰੇ ਦਾ ਭਾਵ ਭਰਿਆ ਪਿਆ, ਨਖਾ ਨੱਕ ਭਰਿਆ ਪਿਆ ਜਿਹੜਾ ਸਾਗਰ ਹੈ ਰਤਨਾਂ ਦੇ ਨਾਲ। ਰੱਬੀ ਗੁਣ ਜਦੋਂ ਰਤਨਾਂ ਦਾ ਸ਼ਬਦ ਆਵੇ ਉਦੋਂ ਕਹਾਂਗੇ ਰੱਬੀ ਗੁਣ, ਰੱਬੀ ਗੁਣਾਂ ਨਾਲ ਭਰਪੂਰ ਹੈ ਇਹ ਜਿਹੜਾ ਗੁਰੂ ਦਾ ਸਾਗਰ ਹੈ। ਤੇ ਸਾਹਿਬ ਕਹਿੰਦੇ ਜਿਸ ਪ੍ਰਾਪਤ ਸੋ ਪਾਵੈ। ਭਈ ਜਿਸ ਨੂੰ ਵਾਹਿਗੁਰੂ ਕਿਰਪਾ ਕਰ ਦੇਵੇ, ਪ੍ਰਾਪਤੀ ਹੋ ਜਾਵੇ, ਉਹੀ ਜੀਵ ਦੇ ਸਾਗਰ ਦੇ ਵਿੱਚੋਂ ਰਤਨ ਪ੍ਰਾਪਤ ਕਰਦਾ ਹੈ। ਤੇ ਸਾਹਿਬ ਕਹਿੰਦੇ ਨੇ ਸਿੱਖ ਹੰਸ ਸਰਵਰ ਇਕੱਠੇ ਹੋਏ। ਹੁਣ ਸਤਿਗੁਰਾਂ ਦੀ ਬਾਣੀ ਵਿੱਚ ਹੀ ਸਾਰਾ ਸਪਸ਼ਟ ਹੋ ਗਿਆ ਕਿ ਸਿੱਖਾਂ ਨੂੰ ਹੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਹੰਸ ਸ਼ਬਦ ਆਇਆ ਉਹ ਗੁਰਸਿੱਖਾਂ ਵਾਸਤੇ ਹੀ ਆਇਆ ਹੈ। ਸਾਹਿਬ ਜੀ ਕਹਿੰਦੇ ਨੇ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੈ ਹੁਕਮ ਆਵੈ। ਵੀ ਸਤਿਗੁਰੂ ਦੇ ਹੁਕਮ ਦੇ ਵਿੱਚ ਗੁਰਸਿੱਖ ਆਏ, ਗੁਰੂ ਮਹਾਰਾਜ ਜੀ ਦੇ ਇਸ ਮਹਾਨ ਸਾਗਰ ਤੇ ਇਸ਼ਨਾਨ ਕਰਨ ਵਾਸਤੇ, ਆਪਣੀ ਆਤਮਾ ਮਨ ਦਾ ਇਸ਼ਨਾਨ ਕਰਾਉਣ ਵਾਸਤੇ ਇੱਥੇ ਆਏ ਨੇ। ਤੇ ਸਾਹਿਬ ਜੀ ਕਹਿੰਦੇ ਨੇ ਰਤਨ ਪਦਾਰਥ ਮਾਨਕ ਸਰਵਰ ਭਰਪੂਰੇ। ਇੱਥੇ ਮਾਨਕ ਰਤਨ ਇਸ ਸਾਗਰ ਦੇ ਵਿੱਚ ਨਕਾ ਨੱਕ ਭਰੇ ਪਏ ਨੇ, ਖਾਏ ਖਰਚ ਰਹਿ ਤੋੜ ਨਾ ਆਵੇ। ਸਾਹਿਬ ਜੀ ਕਹਿੰਦੇ ਨੇ ਵੀ ਇਸ ਜਿਹੜਾ ਇਹ ਗੁਰੂ ਦਾ ਮਾਨ ਸਰੋਵਰ ਹੈ, ਇਹਦੇ ਵਿੱਚੋਂ ਰਤਨ ਪਦਾਰਥ ਰੱਬੀ ਗੁਣਾਂ ਨੂੰ ਜਿੰਨੇ ਕੋਈ ਮਾਣਦਾ ਜੀਵ, ਇਹ ਮੁੱਕਦੇ ਹੀ ਨਹੀਂ ਹਨ, ਕਦੀ ਖਤਮ ਹੀ ਨਹੀਂ ਹੁੰਦੇ। ਤੇ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਵਰਤ ਰਿਹਾ ਜੀਵ ਖਾ ਰਹੇ ਨੇ, ਕਦੀ ਤੋਟ ਨਹੀਂ ਆਉਂਦੀ। ਸਾਹਿਬ ਕਹਿੰਦੇ ਸਰਵਰ ਹੰਸ ਦੂਰ ਨਾ ਹੋਈ। ਫਿਰ ਜਿਹੜੇ ਗੁਰਸਿੱਖ ਹੰਸ ਨੇ ਨਾ ਉਹ ਇਸ ਮਾਨ ਸਰੋਵਰ ਤੋਂ ਕਦੀ ਦੂਰੀ ਨਹੀਂ ਆਪਣੀ ਬਣਾਉਂਦੇ, ਕਦੀ ਵੀ ਦੂਰ ਨਹੀਂ ਜਾਂਦੇ। ਤੇ ਸਾਹਿਬ ਕਹਿੰਦੇ ਨੇ ਕਰਤੈ ਏਵੇਂ ਭਾਵੈ। ਵੀ ਮੇਰੇ ਕਰਤੇ ਨੂੰ ਇਹ ਗੱਲ ਭਾਉਂਦੀ ਹੈ। ਗੁਰਸਿੱਖ ਕਹਿੰਦੇ ਨੇ ਕਿ ਅਸੀਂ ਇਸ ਮਾਨ ਸਰੋਵਰ ਨੂੰ ਕਦੇ ਵੀ ਤਿਆਗ ਨਹੀਂ ਸਕਦੇ, ਕਦੇ ਵੀ ਆਪਣੇ ਗੁਰੂ ਦਾ ਸਰੋਵਰ ਛੱਡ ਕੇ ਗੁਰਸਿੱਖ ਹੰਸ ਦੂਰ ਨਹੀਂ ਜਾਂਦੇ। ਸਾਹਿਬ ਕਿਰਪਾ ਕਰਦੇ ਜਨ ਨਾਨਕ ਜਿਸ ਦਾ ਮਸਤਕ ਭਾਗ ਤੁਰ ਲਿਖਿਆ ਸੋ ਸਿੱਖ ਗੁਰੂ ਪਹਿਆਵੇ। ਸਾਹਿਬ ਜੀ ਕਹਿੰਦੇ ਤਾਂ ਮਸਤਕ ਦੇ ਭਾਗ ਜਿਹਦੇ ਲੇਖ ਲਿਖ ਦਿੱਤੇ ਪਰਮਾਤਮਾ ਨੇ, ਉਹੀ ਇਸ ਮਾਨ ਸਰੋਵਰ ਸਾਗਰ ਤੇ ਆ ਕੇ ਇਹਦੀ ਪ੍ਰਾਪਤੀ ਕਰਦਾ ਹੈ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਕਿਉਂਕਿ ਸ਼ਬਦ ਅਸ਼ਟਪਦੀ ਦੇ ਸਰਲੇਖ ਹੇਠ ਹੈ, 8 ਬੰਦ ਹਨ ਇਸ ਸ਼ਬਦ ਦੇ, ਸ਼ਬਦ ਲੰਮੇਰਾ ਹੈ, ਇਸ ਕਰਕੇ ਇੱਕ ਇੱਕ ਪੰਕਤੀ ਨੂੰ ਵਿਚਾਰ ਕਰਦਿਆਂ ਸਮਾਂ ਹੋ ਜਾਣਾ ਹੈ। ਸਾਹਿਬ ਕਿਰਪਾ ਕਰਦੇ ਨੇ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ। ਧਨਾਸਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਸ਼ਬਦ ਘਰ ਦੂਜੇ ਵਿੱਚ ਗਾਉਣ ਦੀ ਹਦਾਇਤ ਹੈ। ਅਸ਼ਟਪਦੀਆਂ ਤੋਂ ਭਾਵ ਹੈ 8 ਬੰਦ ਨੇ ਇਸ ਸ਼ਬਦ ਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ ਤੇ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਉਸ ਪਰਮਾਤਮਾ ਦੀ ਜੀਵ ਨੂੰ ਸਮਝ ਆ ਸਕਦੀ ਹੈ। ਤੋ ਸਾਹਿਬ ਕਿਰਪਾ ਕਰਦੇ ਨੇ ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਪਈ ਜਿਹੜਾ ਸਾਗਰ ਹੈ ਰਤਨਾਂ ਦੇ ਨਾਲ ਭਰਪੂਰ ਹੈ, ਭਰਿਆ ਹੈ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਇਹਦੇ ਵਿੱਚੋਂ ਫਿਰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਗੁਰਸਿੱਖ ਹੰਸ ਪ੍ਰਾਪਤ ਕਰਦੇ ਹਨ। ਤੇ ਸਾਹਿਬ ਕਹਿੰਦੇ ਚੁਗਦੇ ਨੇ, ਭਾਵ ਰੱਬੀ ਗੁਣਾਂ ਨੂੰ ਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਪ੍ਰਾਪਤ ਕਰਦੇ ਹਨ। ਨਹੀਂ ਦੂਰੇ, ਨਹੀਂ ਦੂਰੇ ਦਾ ਮਤਲਬ ਦੂਰ ਨਹੀਂ ਜਾਂਦੇ ਆਪਣੇ ਗੁਰੂ ਤੋਂ, ਭਾਵ ਆਪਣੇ ਗੁਰੂ ਦੀ ਸੰਗਤ, ਗੁਰੂ ਦਾ ਸਿਧਾਂਤ, ਗੁਰੂ ਦੀ ਬਾਣੀ, ਗੁਰੂ ਦੇ ਬਚਨ, ਗੁਰੂ ਦੀ ਸਿੱਖਿਆ, ਇਹਨੂੰ ਕਦੀ ਉਹ ਤਿਆਗਦੇ ਨਹੀਂ ਹਨ।
ਸਾਹਿਬ ਕਹਿੰਦੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਉਹ ਹਰੀ ਪ੍ਰਮਾਤਮਾ ਦੇ ਨਾਮ ਰੂਪੀ ਰਸ ਦਾ ਚੋਗ ਗੁਰਸਿੱਖ ਹੰਸ ਚੁਗਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਚੁਗਦੇ ਹੋਏ ਪ੍ਰਭੂ ਪਰਮਾਤਮਾ ਨੂੰ ਉਹ ਭਾ ਜਾਂਦੇ ਹਨ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ। ਇਸ ਸਰੋਵਰ ਵਿੱਚੋਂ ਗੁਰਸਿੱਖ ਹੰਸ ਉਹਨਾਂ ਨੂੰ ਪਤਾ ਹੈ ਪ੍ਰਾਣ ਪਤ ਦਾ ਭਾਵ ਹੈ ਪ੍ਰਾਣਾ ਦਾ ਪਤੀ ਭਾਵ ਪਰਮੇਸ਼ਰ। ਉਹ ਪ੍ਰਭੂ ਪਰਮਾਤਮਾ ਮਾਲਕ ਪਰਮੇਸ਼ਰ ਦੇ ਨਾਲ ਆਪਣੀ ਸਾਂਝ ਬਣਾ ਕੇ ਰੱਖਦੇ ਹਨ। ਉਹ ਪ੍ਰਾਣ ਪਤ ਜਿਹੜਾ ਪਰਮਾਤਮਾ ਹੈ ਉਸ ਨੂੰ ਕਦੀ ਵੀ ਉਹ ਤਿਆਗਦੇ ਨਹੀਂ। ਕਿਆ ਬਗ ਬਪੜਾ ਛਪੜੀ ਨਹਾਏ। ਸਾਹਿਬ ਕਹਿੰਦੇ ਹੁਣ ਬਗਲਾ ਵਿਚਾਰਾ ਮਨਮੁਖ ਜਿਹੜਾ ਜੀਵ ਹੈ ਉਹ ਛਪੜੀ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ, ਭਾਵ ਕੁਸੰਗਤ ਵਿੱਚ ਜਾ ਕੇ ਬੈਠਦਾ ਹੈ। ਕੀਚੜ ਡੂਬੈ ਮੈਲ ਨ ਜਾਏ। ਸਾਹਿਬ ਜੀ ਕਹਿੰਦੇ ਉਸ ਚਿੱਕੜ ਵਿੱਚੋਂ ਡੁੱਬ ਜਾਏਗਾ ਤੇ ਕਦੀ ਵੀ ਵਿਕਾਰਾਂ ਦੀ ਮੈਲ ਉਹਦੀ ਜਾਏਗੀ ਨਹੀਂ। ਰਹਾਉ ਰਖ ਰਖ ਚਰਨ ਧਰੇ ਵਿਚਾਰੀ। ਰਖ ਰਖ ਚਰਨ ਦਾ ਅਰਥ ਕੀਤਾ ਵਿਦਵਾਨਾਂ ਨੇ ਕਿ ਸੰਭਲ ਕੇ ਗੁਰਸਿੱਖ ਹੰਸ ਜਿਹੜਾ ਹੈ ਉਹ ਸੰਭਲ ਕੇ ਚੱਲਦਾ ਹੈ। ਉਹ ਪੈਰ ਆਪਣਾ ਜਿਹੜਾ ਹੈ ਉਹ ਜਦੋਂ ਜ਼ਮੀਨ ਤੇ ਤੁਰਦਾ ਹੈ ਤੇ ਆਪਣੇ ਪੈਰਾਂ ਨੂੰ ਇਸ ਢੰਗ ਦੇ ਨਾਲ ਚਲਾਉਂਦਾ ਹੈ, ਭਾਵ ਉਹਦਾ ਤੁਰਨ ਦੀ ਇੱਥੇ ਗੱਲ ਇਹ ਨਹੀਂ ਕਿ ਤੁਰਦਾ ਕਿਸ ਤਰ੍ਹਾਂ, ਇਹਦੇ ਭਾਵ ਅਰਥ ਇਹ ਬਣਦੇ ਨੇ ਕਿ ਗੁਰਸਿੱਖ ਸੰਭਲ ਕੇ ਚੱਲਣ ਤੋਂ ਭਾਵ ਹੈ ਕਿ ਜਦੋਂ ਇਸ ਮਾਰਗ ਤੇ ਤੁਰਦਾ ਗੁਰੂ ਦੇ ਮਾਰਗ ਦੇ ਉੱਤੇ ਤੇ ਹਰ ਨਿੱਕੀ ਗੱਲ ਨੂੰ ਉਹ ਸਮਝਦਾ ਹੈ, ਸੋਚਦਾ ਹੈ ਕਿ ਕਿਹੜਾ ਕੰਮ ਹੈ ਜਿਹੜਾ ਗੁਰੂ ਦੇ ਹੁਕਮ ਤੋਂ ਕਿਤੇ ਬਾਹਰ ਜਾ ਕੇ ਨਾ ਮੇਰੇ ਕੋਲ ਹੋ ਜਾਵੇ, ਕੋਈ ਅਜਿਹਾ ਕਰਮ ਨਾ ਹੋ ਜਾਵੇ ਜਿਹੜਾ ਗੁਰੂ ਮਹਾਰਾਜ ਜੀ ਦੀ ਸਿੱਖਿਆ ਦੇ ਉਲਟ ਹੋਵੇ, ਜਿਸ ਤੋਂ ਗੁਰੂ ਰੋਕਦਾ ਹੋਵੇ ਤੇ ਅਸੀਂ ਉਹ ਕਰੀ ਜਾਈਏ। ਰਖ ਰਖ ਚਰਨ ਤੋਂ ਭਾਵ ਹੈ ਸੰਭਲ ਕੇ ਤੁਰਦਾ ਹੈ, ਸਮਾਜ ਵਿੱਚ ਉਹ ਚੱਲਦਾ ਵੀ ਹੈ, ਸਮਾਜ ਵਿੱਚ ਵਿਚਰਦਾ ਵੀ ਹੈ, ਆਪਣੇ ਕਾਰੋਬਾਰ ਵੀ ਕਰਦਾ ਹੈ, ਗ੍ਰਸਥ ਜੀਵਨ ਵਿੱਚ ਵੀ ਰਹਿੰਦਾ ਹੈ, ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਦਾ ਹੈ, ਕੰਮ ਧੰਦੇ ਵੀ ਕਰਦਾ ਹੈ ਤੇ ਪਰ ਫਿਰ ਵੀ ਆਪਣੇ ਪੈਰ ਬੜੇ ਸੰਭਲ ਕੇ ਟਿਕਾ ਕੇ ਤੁਰਦਾ ਹੈ ਕਿ ਮੇਰੇ ਕਿਤੇ ਪੈਰ ਗਲਤ ਬੰਨੇ ਨਾ ਤੁਰ ਪੈਣ, ਭਾਵ ਕਿ ਮੇਰਾ ਰਸਤਾ ਕਿਤੇ ਗਲਤ ਨਾ ਬਣ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਗੁਰਸਿੱਖ ਹੰਸ ਫਿਰ ਬੜੇ ਧਿਆਨ ਦੇ ਨਾਲ, ਬੜੇ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਹਰ ਵੇਲੇ ਯਾਦ ਰੱਖਦਿਆਂ ਹੋਇਆਂ ਤੇ ਉਸ ਗੁਰੂ ਦੇ ਮਾਰਗ ਉੱਤੇ ਤੁਰਦਾ ਹੈ, ਕਦੀ ਵੀ ਇਸ ਮਾਰਗ ਨੂੰ ਉਹ ਤਿਆਗਦਾ ਨਹੀਂ ਤੇ ਸੰਭਲ ਕੇ ਆਪਣਾ ਜੀਵਨ ਜਿਹੜਾ ਹੈ ਗੁਰੂ ਮਹਾਰਾਜ ਜੀ ਦੀ ਆਸ਼ੀ ਅਨੁਸਾਰ ਇਸ ਨੂੰ ਸਵਾਰਦਾ ਰਹਿੰਦਾ। ਸਾਹਿਬ ਕਹਿੰਦੇ ਦੁਬਦਾ ਛੋੜ ਭਏ ਨਿਰੰਕਾਰੀ। ਉਹ ਅੰਦਰੋਂ ਆਪਣੇ ਦੁਚਿੱਤਾਪਨ ਛੱਡ ਦਿੰਦਾ ਹੈ। ਦੁਬਦਾ ਦਾ ਮਤਲਬ ਹੁੰਦਾ ਦੁਚਿੱਤਾਪਨ, ਦੋ ਮਨ ਜਿਸ ਤਰ੍ਹਾਂ ਕਹਿ ਲਓ ਤੁਸੀਂ, ਇੱਕ ਮਨ ਕਰਦਾ ਵੀ ਸੰਗਤ ਵਿੱਚ ਜਾਵਾਂ, ਦੂਜਾ ਮਨ ਕਹਿੰਦਾ ਛੱਡ ਪਰਾਂ, ਇੱਕ ਮਨ ਕਹਿੰਦਾ ਬਾਣੀ ਪੜ੍ਹਾਂ, ਦੂਜਾ ਮਨ ਕਹਿੰਦਾ ਛੱਡ ਪਰਾਂ ਬਾਣੀ ਦਾ ਕੀ ਹੈ, ਇੱਕ ਮਨ ਕਹਿੰਦਾ ਹੈ ਕਿ ਮੈਨੂੰ ਸੰਗਤ ਕਰਨੀ ਚਾਹੀਦੀ, ਦੂਜਾ ਮਨ ਕਹਿੰਦਾ ਕੀ ਰਹਿਣਾ, ਕੀ ਕਰਨਾ ਉੱਥੇ ਜਾ ਕੇ। ਇਸ ਤਰ੍ਹਾਂ ਦੁਚਿੱਤਾਪਨ ਬਣਿਆ ਰਹਿੰਦਾ ਹੈ। ਇੱਕ ਮਨ ਇੱਕ ਵਾਰ ਫੁਰਨਾ ਉੱਠਦਾ ਚੰਗਾ ਕੰਮ ਕਰ ਲਵਾਂ, ਦੂਜੇ ਬੰਨੇ ਫਿਰ ਫੁਰਨਾ ਉੱਠਦਾ ਕਿ ਗਲਤ ਕੰਮ ਕਰ ਲਵਾਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਦੁਚਿੱਤਾਪਨ ਹੈ ਨਾ, ਇਹ ਗੁਰਸਿੱਖ ਹੰਸ ਦੇ ਅੰਦਰੋਂ ਤੇ ਬਿਲਕੁਲ ਖਤਮ ਹੀ ਹੋ ਜਾਂਦਾ ਹੈ। ਉਹ ਮਨ ਦੀ ਉਸ ਗੱਲ ਨੂੰ ਕਦੀ ਮੰਨਦਾ ਹੀ ਨਹੀਂ ਹੈ ਜਿਹੜੀ ਗੱਲ ਮਨ ਉਹਨੂੰ ਦੂਜੇ ਬੰਨੇ ਉਲਟ ਬੰਨੇ ਲਿਜਾਣ ਬਾਰੇ ਸੋਚਦਾ ਜਾਂ ਕਰਦਾ। ਸਾਹਿਬ ਕਹਿੰਦੇ ਉਹ ਦੁਚਿੱਤਾਪਨ ਤਿਆਗ ਹੀ ਦਿੰਦਾ, ਆਪਣਾ ਦੁਬਦਾ ਵਿੱਚ ਰਹਿੰਦਾ ਹੀ ਨਹੀਂ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਨਿਰਾਕਾਰ ਪਰਮਾਤਮਾ ਦੀ ਜੇ ਪ੍ਰਾਪਤੀ ਕਰਨੀ ਦੁਚਿੱਤਾਪਨ ਖਤਮ ਕਰਨਾ ਪਏਗਾ। ਤੇ ਸਾਹਿਬ ਜੀ ਕਹਿੰਦੇ ਉਸ ਨੂੰ ਪ੍ਰਭੂ ਪਰਮਾਤਮਾ ਨਿਰਾਕਾਰ ਪਰਮਾਤਮਾ ਜਿਹੜਾ ਜਿਹਦਾ ਕੋਈ ਆਕਾਰ ਨਹੀਂ ਹੈ, ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਉਹਨੂੰ ਹੀ ਹੁੰਦੀ ਹੈ ਜਿਹੜਾ ਜੀਵ ਆਪਣੇ ਅੰਦਰੋਂ ਦੁਬਦਾ ਨੂੰ ਖਤਮ ਕਰਦਾ ਹੈ। ਮੁਕਤ ਪਦਾਰਥ ਹਰ ਰਸ ਚਾਖੇ। ਉਹ ਇਹ ਸਮਝਦਾ ਹੈ ਕਿ ਵਿਕਾਰਾਂ ਤੋਂ ਮੁਕਤ ਹੋਣ ਵਾਲਾ ਪਦਾਰਥ ਕਿਹੜਾ ਹੈ ਜਿਹੜਾ ਮੈਂ ਚੱਖ ਲਵਾਂ, ਛਕ ਲਵਾਂ, ਉਹ ਹੈ ਪ੍ਰਭੂ ਪਰਮਾਤਮਾ ਦਾ, ਪਰਮੇਸ਼ਰ ਦਾ ਨਾਮ। ਇਹ ਪਰਮੇਸ਼ਰ ਦੇ ਨਾਮ ਨਾਲ ਹੀ ਵਿਕਾਰਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਉਹ ਪਰਮਾਤਮਾ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰਦਾ ਹੈ। ਆਵਣ ਜਾਣ ਰਹੇ ਗੁਰ ਰਾਖੇ। ਫਿਰ ਐਸਾ ਜਿਹੜਾ ਗੁਰਸਿੱਖ ਹੰਸ ਹੈ, ਆਵਣ ਜਾਣ ਦਾ ਮਤਲਬ ਉਹਦਾ ਆਉਣ ਜਾਣ, ਜਨਮ ਮਰਨ ਉਹਦਾ ਖਤਮ ਹੋ ਜਾਂਦਾ ਹੈ। ਪ੍ਰਭੂ ਪਰਮਾਤਮਾ ਆਪ ਉਹਦੀ ਰੱਖਿਆ ਕਰਦਾ ਹੈ। ਸਾਹਿਬ ਕਹਿੰਦੇ ਸਰਵਰ ਹੰਸਾ ਛੋੜ ਨਾ ਜਾਏ। ਕਦੀ ਵੀ ਜਿਹੜਾ ਗੁਰਸਿੱਖ ਹੰਸ ਹੈ ਉਹ ਇਸ ਮਾਨ ਸਰੋਵਰ ਨੂੰ ਨਹੀਂ ਤਿਆਗਦਾ, ਨਹੀਂ ਛੱਡਦਾ ਕਦੀ ਵੀ ਆਪਣੇ ਇਸ ਗੁਰੂ ਦੇ ਸਰੋਵਰ ਨੂੰ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਾਨ ਸਰੋਵਰ, ਸਤ ਸੰਗਤ ਨੂੰ ਵੀ ਮਾਨ ਸਰੋਵਰ ਹੀ ਕਿਹਾ ਹੈ। ਜਿਵੇਂ ਸਾਹਿਬ ਦੇ ਆਪਾਂ ਬਚਨ ਪੜ੍ਹਦੇ ਹਾਂ
ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਉੱਥੇ ਵੀ ਰਾਮਦਾਸ ਸਰੋਵਰ ਤੋਂ ਭਾਵ ਹੈ ਸਾਧ ਸੰਗਤ ਰਾਮ ਦੇ ਦਾਸ। ਸਤ ਸੰਗਤ ਰੂਪੀ ਸਰੋਵਰ ਦੇ ਵਿੱਚ ਗੁਰੂ ਦੀ ਬਾਣੀ ਦੇ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਉਤਰਦੇ ਨੇ। ਇਹ ਗੁਰੂ ਦੀ ਬਾਣੀ ਰਾਹੀਂ ਤੇ ਸਤ ਸੰਗਤ ਦੇ ਸਰੋਵਰ ਵਿੱਚ। ਸਾਹਿਬ ਜੀ ਕਹਿੰਦੇ ਗੁਰਸਿੱਖ ਹੰਸ ਕਦੇ ਵੀ ਇਹਨੂੰ ਤਿਆਗਦਾ ਨਹੀਂ ਹੈ। ਪ੍ਰੇਮ ਭਗਤ ਕਰ ਸਹਿਜ ਸਮਾਏ। ਉਹ ਪ੍ਰੇਮਾ ਭਗਤੀ ਕਰਦਾ ਹੈ ਤੇ ਪ੍ਰੇਮਾ ਭਗਤੀ ਕਰਦਿਆਂ ਕਰਦਿਆਂ ਸਹਿਜ ਆਤਮਕ ਡੋਲਤਾ। ਜਿੱਥੇ ਜਾ ਕੇ ਮਨ ਡੋਲਦਾ ਨਹੀਂ, ਮਨ ਘਬਰਾਉਂਦਾ ਨਹੀਂ ਹੈ, ਭਾਵੇਂ ਦੁੱਖ ਮੁਸੀਬਤਾਂ ਵੀ ਆ ਜਾਂਦੀਆਂ ਨੇ ਤਾਂ ਵੀ ਬੰਦਾ ਘਬਰਾਉਂਦਾ ਨਹੀਂ। ਉਹਨੂੰ ਕਹਿੰਦੇ ਸਹਿਜ ਅਵਸਥਾ, ਆਤਮਕ ਅਡੋਲਤਾ। ਸਾਹਿਬ ਕਹਿੰਦੇ ਪ੍ਰੇਮਾ ਭਗਤੀ ਵਿੱਚ ਗੁਰਸਿੱਖ ਹੰਸ ਜਿਹੜਾ ਹੈ ਉਹ ਆਤਮਕ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਾਈ ਅਸਲ ਵਿੱਚ ਖੇਡ ਇਹ ਹੈ ਕਿ ਹਰ ਜੀਵ ਦੇ ਅੰਦਰ ਹੀ ਪ੍ਰਭੂ ਪਰਮਾਤਮਾ ਪਰਮੇਸ਼ਰ ਬੈਠਾ ਹੋਇਆ ਹੈ। ਇੱਥੇ ਸਾਹਿਬ ਜੀ ਕਹਿੰਦੇ ਨੇ ਕਿ ਹੰਸ ਸਰੋਵਰ ਵਿੱਚ ਹੈ ਤੇ ਸਰੋਵਰ ਹੰਸ ਵਿੱਚ ਹੈ। ਭਾਵ ਇਹਦਾ ਇਹ ਬਣ ਜਾਂਦਾ ਹੈ ਕਿ ਜੀਵ ਦੇ ਅੰਦਰ ਹੀ ਪਰਮਾਤਮਾ ਬੈਠਾ ਹੈ। ਅੰਦਰ ਬੈਠੇ ਹੋਏ ਪਰਮਾਤਮਾ ਨਾਲ ਜੀਵ ਨੇ ਸਾਂਝ ਪਾਉਣੀ ਹੈ। ਤੇ ਸਾਹਿਬ ਜੀ ਕਹਿੰਦੇ ਪਰ ਇਹ ਜਿਹੜੀ ਖੇਡ ਹੈ ਨਾ ਕਿ ਪਰਮਾਤਮਾ ਅੰਦਰ ਬੈਠਾ, ਅੰਦਰ ਬੈਠੇ ਨਾਲ ਹੀ ਸਾਂਝ ਪਾਉਣੀ ਹੈ। ਸਾਹਿਬ ਕਹਿੰਦੇ ਇਹ ਜਿਹੜੀ ਖੇਡ ਹੈ ਇਹਨੂੰ ਗੁਰੂ ਸਾਹਿਬ ਨੇ ਕਹਿ ਦਿੱਤਾ ਅਕਥ ਕਥਾ ਗੁਰ ਬਚਨੀ ਆਦਰ। ਬਈ ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਅਕਥ ਦਾ ਮਤਲਬ ਹੁੰਦਾ ਜਿਹਨੂੰ ਸ਼ਬਦਾਂ 'ਚ ਬਿਆਨ ਨਾ ਕੀਤਾ ਜਾ ਸਕੇ। ਸਾਹਿਬ ਕਹਿੰਦੇ ਨੇ ਹਰ ਜੀਵ ਨੇ ਆਪਣੇ ਅੰਦਰੋਂ ਜੋ ਰਸ ਮਾਨਣਾ ਹੈ, ਆਨੰਦ ਮਾਨਣਾ ਹੈ ਰੱਬੀ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਦਾ, ਉਹਨਾਂ ਨੂੰ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ। ਕੋਈ ਸ਼ਬਦਾਂ 'ਚ ਪ੍ਰਗਟ ਨਹੀਂ ਕਰ ਸਕਦਾ ਕਿ ਅੰਦਰ ਦਾ ਉਹ ਰਸ, ਅੰਦਰ ਦਾ ਉਹ ਆਨੰਦ ਕੀ ਹੈ। ਉਹਦੇ ਬਾਰੇ ਕੇਵਲ ਇੱਕ ਹੀ ਪ੍ਰਮਾਣ ਗੁਰਬਾਣੀ 'ਚ ਦਿੱਤਾ ਹੋਇਆ ਹੈ ਕਿ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਉਹਦੇ ਬਾਰੇ ਤਾਂ ਇਹੀ ਲਿਖਿਆ ਹੋਇਆ ਕਿ ਭਾਈ ਜਿਵੇਂ ਗੂੰਗਾ ਬੰਦਾ ਮਿੱਠੀ ਚੀਜ਼ ਖਾ ਕੇ ਦੱਸ ਨਹੀਂ ਸਕਦਾ, ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਰੱਬੀ ਗੁਣ ਜੀਵ ਆਪਣੇ ਅੰਦਰ ਮਾਣਦਾ ਹੈ ਉਹਨਾਂ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਸਾਹਿਬ ਜੀ ਕਹਿੰਦੇ ਨੇ ਇਹਨਾਂ ਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਵੀ ਉਹ ਖੇਡ ਕਿਹੜੀ ਹੈ ਜਿਹੜੀ ਸਾਡੇ ਅੰਦਰ ਹੀ ਉਹ ਸਾਗਰ ਵੀ ਹੈ, ਪਰਮਾਤਮਾ ਵੀ ਅੰਦਰ ਹੈ, ਉਹਦੀ ਅਸੀਂ ਅੰਸ਼ ਹਾਂ। ਤੇ ਕਿਸ ਤਰ੍ਹਾਂ ਸਰੋਵਰ ਦੇ ਵਿੱਚ ਜੀਵ ਦਾ ਇਸ਼ਨਾਨ ਹੁੰਦਾ ਹੈ ਤੇ ਕਿਵੇਂ ਪਰਮਾਤਮਾ ਅੰਦਰ ਹੈ ਤੇ ਕਿਵੇਂ ਅਸੀਂ ਉਹਦੇ ਵਿੱਚ ਕਿਵੇਂ ਰਹਿੰਦੇ ਹਾਂ ਪਰਮਾਤਮਾ ਦੇ। ਇਹ ਜਿਹੜੀ ਖੇਡ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹਨੂੰ ਕੋਈ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ, ਨਹੀਂ ਦੱਸਿਆ ਜਾ ਸਕਦਾ। ਸੁਨ ਮੰਡਲ ਇੱਕ ਜੋਗੀ ਵੈਸੇ। ਸਾਹਿਬ ਜੀ ਕਹਿੰਦੇ ਨੇ ਆਫੁਰ ਅਵਸਥਾ। ਸੁਨ ਮੰਡਲ ਦਾ ਮਤਲਬ ਹੈ ਜਿੱਥੇ ਫੁਰਨੇ ਸਾਰੇ ਖਤਮ ਹੋ ਜਾਂਦੇ, ਕੋਈ ਫੁਰਨਾ ਨਹੀਂ ਰਹਿ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਜਿਹੜਾ ਗੁਰਸਿੱਖ ਹੰਸ ਹੈ ਨਾ, ਜੋਗੀ ਦਾ ਅਰਥ ਹੁੰਦਾ ਜੁੜ ਜਾਣਾ, ਜੁੜਿਆ ਹੋਇਆ। ਸਾਹਿਬ ਕਹਿੰਦੇ ਜਦੋਂ ਮਾਲਕ ਨਾਲ ਗੁਰਸਿੱਖ ਹੰਸ ਜੁੜ ਜਾਂਦਾ ਹੈ ਉਹਦੀ ਆਫੁਰ ਅਵਸਥਾ ਹੋ ਜਾਂਦੀ ਹੈ। ਉਹਦੇ ਅੰਦਰੋਂ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਹੀ ਨਹੀਂ ਰਹਿ ਜਾਂਦਾ, ਸਾਰੇ ਫੁਰਨੇ ਹੀ ਉਹਦੇ ਖਤਮ ਹੋ ਜਾਂਦੇ ਹਨ। ਨਾਰ ਨਾ ਪੁਰਖ ਕਹੋ ਕੋ ਕੈਸੇ। ਸਾਹਿਬ ਜੀ ਕਹਿੰਦੇ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵਾਸ਼ਨਾ, ਕਿਸੇ ਤਰ੍ਹਾਂ ਦੇ ਵਿਕਾਰ ਇਹ ਉਹਦੇ ਅੰਦਰੋਂ ਉੱਠਦੇ ਹੀ ਨਹੀਂ ਹਨ, ਕਿਉਂਕਿ ਆਫੁਰ ਅਵਸਥਾ ਵਿੱਚ ਜਾ ਕੇ ਉਹਦੇ ਸਾਰੇ ਫੁਰਨੇ ਖਤਮ ਹੋ ਗਏ। ਹੁਣ ਕਦੇ ਵੀ ਉਹਦੀ ਮਨ ਵਿੱਚੋਂ ਬੁਰਾਈ, ਭੈੜੀਆਂ ਗੱਲਾਂ, ਭੈੜੇ ਫੁਰਨੇ ਸਾਹਿਬ ਜੀ ਕਹਿੰਦੇ ਕਦੀ ਵੀ ਉਹਦੇ ਮਨ ਵਿੱਚੋਂ ਕਦੀ ਉੱਠਦੇ ਹੀ ਨਹੀਂ ਹਨ। ਕਦੀ ਉਹਦੇ ਮਨ ਵਿੱਚੋਂ ਵਿਕਾਰਾਂ ਵਾਲੇ ਬੰਨੇ ਉਹਦਾ ਮਨ ਜਿਹੜਾ ਸੋਚਦਾ ਵੀ ਨਹੀਂ, ਫੁਰਨਾ ਵੀ ਨਹੀਂ ਉਹਦੇ ਅੰਦਰ ਬਣਦਾ। ਇਹ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਗੁਰਸਿੱਖ ਹੰਸ ਦੀ ਨਿਸ਼ਾਨੀ। ਤੋ ਸਾਹਿਬ ਕਿਰਪਾ ਕਰਦੇ ਤੇਰੇ ਭਵਨ ਜੋਤ ਰਹੇ ਲਿਵ ਲਾਈ। ਉਹਦੀ ਜਿਹੜੀ ਅੰਦਰ ਦੀ ਲਿਵ ਹੈ ਕਿਹਦੇ ਨਾਲ ਲੱਗਦੀ ਹੈ? ਜਿਹੜਾ ਤੇਰੇ ਭਵਨ, ਤਿੰਨਾਂ ਭਵਨਾਂ ਵਿੱਚ ਪਰਮਾਤਮਾ ਜਿਹੜਾ, ਤਿੰਨਾਂ ਭਵਨਾਂ ਦਾ ਭਾਵ ਹੈ ਕਿ ਜਿਸ ਤਰ੍ਹਾਂ ਇਹ ਮੰਨਿਆ ਜਾਂਦਾ ਮਾਤ ਤੇ ਪਤਾਲ ਤੇ ਆਕਾਸ਼ ਲੋਕ, ਭਾਵ ਸਰਬ ਵਿਆਪਕ ਪਰਮਾਤਮਾ। ਉਹ ਸਰਬ ਵਿਆਪਕ ਪਰਮਾਤਮਾ ਦੇ ਨਾਲ ਉਹਦੀ ਗੁਰਸਿੱਖ ਹੰਸ ਦੀ ਲਿਵ ਜੁੜ ਜਾਂਦੀ ਹੈ, ਸੁਰਤ ਜੁੜ ਜਾਂਦੀ ਹੈ। ਸੁਰ ਨਰ ਨਾਥ ਸੱਚੇ ਸ਼ਰਨਾਈ। ਹੇ ਭਾਈ ਅੱਜ ਤੱਕ ਜਿਹੜਾ ਵੀ ਕੋਈ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਗਿਆ ਹੈ, ਸਾਹਿਬ ਜੀ ਕਹਿੰਦੇ ਨੇ ਉਹ ਚਾਹੇ ਕੋਈ ਨਾਥ ਹੈ, ਚਾਹੇ ਕੋਈ ਦੇਵਤਾ ਹੈ, ਚਾਹੇ ਕੋਈ ਉਹ ਭਗਤ ਹੈ, ਜੋਗੀ ਹੈ, ਜਿਹੜਾ ਵੀ ਇਹ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਗਿਆ ਹੈ ਉਹਦੇ ਬਾਰੇ ਸਾਹਿਬ ਕਹਿੰਦੇ ਆਨੰਦ ਮੂਲ ਅਨਾਥ ਆਧਾਰੀ। ਉਹ ਫਿਰ ਜਿਹੜਾ ਪਰਮਾਤਮਾ ਹੈ, ਜਿਹੜਾ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ,
ਉਹ ਪਰਮਾਤਮਾ ਆਨੰਦ ਮੂਲ ਦਾ ਭਾਵਕ ਹੈ, ਆਨੰਦ ਦਾ ਸੋਮਾ। ਉਹ ਪਰਮਾਤਮਾ ਪਰਮੇਸ਼ਰ ਜਿਹਦੇ ਵਿੱਚ ਹੈ ਹੀ ਆਨੰਦ ਹੈ। ਉਸ ਪ੍ਰਭੂ ਪਰਮਾਤਮਾ ਨਾਲ ਉਹ ਜੁੜ ਕੇ ਜੀਵ ਆਪਣੇ ਪ੍ਰਾਣਾਂ ਦਾ ਆਧਾਰ ਉਹਨੂੰ ਹੀ ਬਣਾਉਂਦਾ ਹੈ, ਉਹਨੂੰ ਹੀ ਆਪਣੇ ਪ੍ਰਾਣਾਂ ਦਾ ਆਸਰਾ ਮੰਨਦਾ ਹੈ। ਗੁਰਮੁਖ ਭਗਤ ਸਹਿਜ ਵਿਚਾਰੀ, ਗੁਰੂ ਤੇ ਮਾਰਗ ਤੇ ਚੱਲਣ ਵਾਲੇ ਜਿਹੜੇ ਜੀਵ ਹਨ, ਗੁਰਸਿੱਖ ਹੰਸ ਹਨ, ਉਹ ਪ੍ਰੇਮਾ ਭਗਤੀ ਕਰਦੇ ਹੋਏ ਆਤਮਿਕ ਅਡੋਲਤਾ ਦੀ ਵਿਚਾਰ ਨੂੰ ਸਮਝ ਜਾਂਦੇ ਹਨ। ਵਿਚਾਰੀ ਸਹਿਜ ਤੋਂ ਭਾਵ ਫਿਰ ਉਹੀ ਹੈ ਕਿ ਆਤਮਿਕ ਅਡੋਲਤਾ ਸਮਝ ਜਾਂਦੇ ਨੇ ਕਿ ਆਤਮਿਕ ਅਡੋਲਤਾ ਕੀ ਹੈ ਤੇ ਪ੍ਰਾਪਤ ਕਿਵੇਂ ਹੋ ਸਕਦੀ ਹੈ। ਸਾਹਿਬ ਕਿਰਪਾ ਕਰਦੇ ਨੇ, ਭਗਤ ਵਚਲ ਭੈ ਕਾਟਣ ਹਾਰੇ। ਵਸ਼ਲ ਕਹਿੰਦੇ ਨੇ ਪਿਆਰ ਕਰਨ ਵਾਲਾ, ਭਗਤ ਭਗਤੀ ਨੂੰ ਪਿਆਰ ਕਰਨ ਵਾਲਾ। ਭਗਤ ਵਸ਼ਲ ਜਦੋਂ ਸ਼ਬਦ ਆਵੇ ਉਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਕਿ ਭਗਤੀ ਨੂੰ ਪਿਆਰ ਕਰਨ ਵਾਲਾ ਉਹ ਜਿਹੜਾ ਪਰਮਾਤਮਾ ਹੈ। ਤੇ ਸਾਹਿਬ ਕਹਿੰਦੇ ਗੁਰਸਿੱਖ ਹੰਸ ਜਿਹੜੇ ਹਨ, ਜਦੋਂ ਭਗਤੀ ਕਰਨ ਵਾਲੇ, ਭਗਤੀ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਨੇ ਕਿ ਉਹ ਪਰਮਾਤਮਾ ਭੈ ਕਾਟਣਹਾਰਾ। ਭੈ ਦਾ ਅਰਥ ਹੈ ਡਰ। ਫਿਰ ਉਹਨਾਂ ਦੇ ਅੰਦਰ ਕੋਈ ਡਰ ਨਹੀਂ, ਉਹਨਾਂ ਅੰਦਰ ਕੋਈ ਭੈ ਨਹੀਂ ਰਹਿੰਦਾ, ਕੇਵਲ ਭੈ ਪਰਮਾਤਮਾ ਦਾ। ਬਾਕੀ ਦੁਨੀਆ ਦੇ ਭੈ ਸਾਰੇ ਡਰ ਉਹਨਾਂ ਦੇ ਖਤਮ ਹੋ ਜਾਂਦੇ ਹਨ। ਹਉ ਮੈਂ ਮਾਰ ਮਿਲੈ ਪਗ ਧਾਰੇ। ਭਈ ਉਹ ਜਿਹੜਾ ਗੁਰਸਿੱਖ ਹੰਸ ਹੈ ਉਹ ਮਿਲਿਆ ਕਿਵੇਂ? ਹਉ ਮੈਂ ਮਾਰ, ਆਪਾ ਭਾਵ ਗਵਾ ਕੇ ਪ੍ਰਭੂ ਪਰਮਾਤਮਾ ਨਾਲ ਇਸ ਤਰ੍ਹਾਂ ਮਿਲਿਆ। ਸਾਹਿਬ ਕਹਿੰਦੇ ਪੱਗ ਦਾ ਅਰਥ ਹੁੰਦਾ ਚਰਨ। ਉਹਨੇ ਆਪਣੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਟਿਕਾ ਲਿਆ। ਕਿੰਨੇ ਟਿਕਾਇਆ? ਜਿਹਨੇ ਆਪਣੇ ਅੰਦਰੋਂ ਹਉਮੈ ਖਤਮ ਕਰ ਲਈ। ਤੋ ਸਾਹਿਬ ਕਹਿੰਦੇ ਅਨਕ ਯਤਨ ਕਰ ਕਾਲ ਸੰਤਾਏ। ਹੁਣ ਫਿਰ ਅਗਲੀ ਪੰਕਤੀ 'ਚ ਫਿਰ ਜ਼ਿਕਰ ਉਹਨਾਂ ਦਾ ਆ ਗਿਆ, ਮਨ ਪਿੱਛੇ ਤੁਰਨ ਵਾਲੇ ਬਗਲਿਆਂ ਦਾ ਜ਼ਿਕਰ ਆ ਗਿਆ। ਸਾਹਿਬ ਜੀ ਕਹਿੰਦੇ ਉਹਨਾਂ ਨੂੰ ਤੇ ਕਾਲ ਹਮੇਸ਼ਾ ਹੀ ਸਤਾਉਂਦਾ ਰਹਿੰਦਾ ਹੈ, ਉਹ ਕਦੀ ਕਾਲ ਤੋਂ ਬਚਦੇ ਹੀ ਨਹੀਂ ਹਨ। ਸਾਹਿਬ ਜੀ ਕਹਿੰਦੇ ਜਿਹੜੇ ਮਨ ਪਿੱਛੇ ਤੁਰਨ ਵਾਲੇ ਜੀਵ ਅਨੇਕਾਂ ਯਤਨ ਕਰਦੇ ਨੇ, ਅਨੇਕਾਂ ਯਤਨ ਕਰਨੇ ਵੀ ਉਹਨਾਂ ਦੇ ਵਿਅਰਥ ਚਲੇ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਕਾਲ ਸਤਾਉਂਦਾ ਹੀ ਰਹਿੰਦਾ ਹੈ। ਭਾਵ ਉਹਨਾਂ ਨੂੰ ਵਿਕਾਰ ਸਤਾਉਂਦੇ ਹੀ ਰਹਿੰਦੇ ਹਨ ਜਿਹੜੇ ਮਨ ਪਿੱਛੇ ਤੁਰਨ ਵਾਲੇ ਬਗਲੇ ਬਿਰਤੀ ਦੇ ਜੀਵ ਹਨ। ਮਰਨ ਲਿਖਾਏ ਮੰਡਲ ਮਹਿ ਆਏ। ਉਹ ਆਪਣੀ ਆਤਮਿਕ ਮੌਤ ਸਮਝੋ ਵੀ ਆਪ ਹੀ ਲਿਖਾ ਕੇ ਇਸ ਸੰਸਾਰ ਤੇ ਆ ਗਏ ਹਨ। ਜਨਮ ਪਦਾਰਥ ਦੁਬਦਾ ਖੋਵੈ। ਉਹਨਾਂ ਨੇ ਆਪਣਾ ਜਿਹੜਾ ਕੀਮਤੀ ਜਨਮ ਸੀ ਨਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਕੀਮਤੀ ਜਨਮ ਨੂੰ ਬਰਬਾਦ ਕਿਵੇਂ ਕਰ ਲਿਆ? ਦੁਬਦਾ 'ਚ ਪੈ ਕੇ ਦੁਚਿੱਤਾ ਪਾਣੀ ਬਣਿਆ ਰਿਹਾ। ਸਾਰੀ ਉਮਰ ਹੀ ਸੋਚਦੇ ਰਹੇ ਕਿ ਅੰਮ੍ਰਿਤ ਛਕੀਏ ਕਿ ਨਾ ਛਕੀਏ, ਬਾਣੀ ਪੜ੍ਹੀਏ ਕਿ ਨਾ ਪੜ੍ਹੀਏ, ਗੁਰਦੁਆਰੇ ਜਾਈਏ ਕਿ ਨਾ ਜਾਈਏ, ਸੰਗਤ ਕਰੀਏ ਕਿ ਨਾ ਕਰੀਏ। ਸਾਰੀ ਜ਼ਿੰਦਗੀ ਦੁਚਿੱਤੇਪਨ 'ਚ ਹੀ ਨਿਗਾਹ ਦਿੱਤੀ, ਸਾਰੀ ਜ਼ਿੰਦਗੀ ਸੋਚਦਿਆਂ ਹੀ ਨਿਗਾਹ ਦੁਬਦਾ 'ਚ। ਸਾਹਿਬ ਜੀ ਕਹਿੰਦੇ ਮਨਮੁਖ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ। ਆਪ ਨਾ ਚੀਨਸ ਭ੍ਰਮ ਭ੍ਰਮ ਰੋਵੈ। ਆਪਾ ਭਾਵ ਕਦੀ ਉਹਨੇ ਖੋਜਿਆ ਹੀ ਨਹੀਂ, ਆਪਣੇ ਅੰਤਰ ਆਤਮੇ ਦੀ ਕਦੀ ਪਹਿਚਾਣ ਨਹੀਂ ਕੀਤੀ। ਤੇ ਸਾਹਿਬ ਕਹਿੰਦੇ ਜ਼ਿੰਦਗੀ 'ਚ ਕੀ ਮਿਲਿਆ? ਰੋਣਾ ਧੋਣਾ ਹੀ ਮਿਲ ਗਿਆ। ਜੇ ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ ਕਿ ਮੈਂ ਹੈ ਕੀ ਹਾਂ, ਆਨੰਦ ਮੂਲ ਪਰਮਾਤਮਾ, ਆਨੰਦ ਦਾ ਸੋਮਾ ਮੇਰੇ ਅੰਦਰ ਬੈਠਾ ਹੈ, ਉਹਦੇ ਨਾਲ ਕਦੀ ਸਾਂਝ ਹੀ ਨਹੀਂ ਪਾਈ। ਤੇ ਸਾਹਿਬ ਕਹਿੰਦੇ ਕੀ ਮਿਲਿਆ? ਜਿਹਨੇ ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ, ਸਾਰੀ ਜ਼ਿੰਦਗੀ ਭਟਕ ਕੇ ਤੁਰ ਗਿਆ ਤੇ ਰੋਣਾ ਧੋਣਾ ਹੀ ਪੱਲੇ ਰਹਿ ਗਿਆ। ਇਸ ਜ਼ਿੰਦਗੀ ਵਿੱਚ ਵੀ ਰੋਂਦਾ ਧੋਂਦਾ ਹੀ ਤੁਰ ਗਿਆ ਸੰਸਾਰ ਤੋਂ। ਸਾਹਿਬ ਜੀ ਕਹਿੰਦੇ ਰੋਣ ਧੋਣ ਹੀ ਉਹਨੂੰ ਮਿਲਿਆ ਜਿਹਨੇ ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ। ਕਹਿ ਤੋ ਪੜ੍ਹ ਤੋ ਸੁਣ ਤੋ ਏਕ। ਫਿਰ ਅੱਗੇ ਜ਼ਿਕਰ ਆ ਗਿਆ ਗੁਰਸਿੱਖ ਹੰਸ ਦਾ। ਸਾਹਿਬ ਜੀ ਕਹਿੰਦੇ ਗੁਰਸਿੱਖ ਹੰਸ ਕੀ ਕਰਦਾ ਹੈ? ਉਹ ਕਹਿੰਦਾ ਹੈ, ਪੜ੍ਹਦਾ ਹੈ, ਸੁਣਦਾ ਹੈ। ਭਾਵ ਗੁਰੂ ਦੀ ਬਾਣੀ ਨੂੰ ਸੁਣਦਾ ਵੀ ਹੈ, ਪੜ੍ਹਦਾ ਵੀ ਹੈ, ਤੇ ਸਾਹਿਬ ਜੀ ਕਹਿੰਦੇ ਨੇ ਉਹ ਉਚਾਰਦਾ ਵੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਹ ਕੰਨਾਂ ਦੁਆਰਾ ਬਾਣੀ ਸੁਣਦਾ ਹੈ, ਅੱਖਾਂ ਦੁਆਰਾ ਦਰਸ਼ਨ ਕਰਦਾ ਹੈ, ਜ਼ੁਬਾਨ ਦੁਆਰਾ ਸਿਫਤ ਕਰਦਾ ਹੈ। ਇਸ ਤਰ੍ਹਾਂ ਇੱਕ ਪਰਮਾਤਮਾ ਵਾਹਿਗੁਰੂ ਦੀ ਉਹ ਵਡਿਆਈ ਜਿਹੜਾ ਗੁਰਸਿੱਖ ਹੰਸ ਕਰਦਾ ਹੈ, ਉਹਦੇ ਬਾਰੇ ਸਾਹਿਬ ਕਹਿੰਦੇ ਧੀਰਜ ਧਰਮ ਧਰਣੀ ਧਰ ਟੇਕ। ਉਹਦੇ ਅੰਦਰ ਵਾਹਿਗੁਰੂ ਬੜਾ ਵੱਡਾ ਧੀਰਜ ਬਖਸ਼ ਦਿੰਦਾ ਹੈ। ਸਾਹਿਬ ਜੀ ਕਹਿੰਦੇ ਉਹਦੇ ਅੰਦਰ ਧਰਮ ਦਾ ਅਰਥ ਹੁੰਦਾ ਆਪੇ ਦੀ ਪਹਿਚਾਣ ਕਰ ਲੈਣੀ। ਉਹਨੂੰ ਆਪਣੇ ਆਪੇ ਦੀ ਪਹਿਚਾਣ ਹੋ ਜਾਂਦੀ ਹੈ। ਧਰਨੀ ਧਰ ਦਾ ਭਾਵ ਹੈ ਪਰਮਾਤਮਾ, ਪਰਮੇਸ਼ਰ। ਉਹ ਧਰਨੀ ਧਰ ਪਰਮਾਤਮਾ ਉੱਤੇ ਟੇਕ ਰੱਖਦਾ, ਭਰੋਸਾ ਉਹਦੇ ਉੱਤੇ ਰੱਖਦਾ ਹੈ। ਸਾਹਿਬ ਕਹਿੰਦੇ ਜਤ ਸਤ ਸੰਜਮ ਹਿਰਦੈ ਸਮਾਏ। ਫਿਰ ਉਹਦੇ ਜੀਵਨ ਵਿੱਚ ਜਤ ਆ ਜਾਂਦਾ ਹੈ, ਆਚਰਣ, ਸਤ, ਸੰਜਮ ਭਾਵ ਸਾਹਿਬ ਜੀ ਕਹਿੰਦੇ ਨੇ ਉਹਦਾ
ਸੱਚ ਨਾਲ ਸਾਂਝ ਪੈ ਜਾਂਦੀ ਹੈ, ਉਹਦਾ ਆਚਰਣ ਕਰੈਕਟਰ ਉਹ ਆਪਣਾ ਸੋਹਣਾ ਬਣਾ ਕੇ ਸੰਸਾਰ ਤੋਂ ਜਾਂਦਾ ਹੈ, ਅਤੇ ਉਹਨੂੰ ਸੰਜਮ ਦਾ ਅਰਥ ਹੁੰਦਾ ਹੈ ਜੁਗਤ, ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਜਾਂਦਾ ਹੈ, ਜੁਗਤ ਆ ਜਾਂਦੀ ਹੈ, ਗੁਰੂ ਕੋਲੋਂ ਸਿੱਖਦਾ ਹੈ। ਅਤੇ ਸਾਹਿਬ ਕਹਿੰਦੇ ਚੌਥੇ ਪਦ ਕੋ ਜੇ ਮਨ ਪਤਿਆਏ, ਉਹਦਾ ਫਿਰ ਮਨ ਕਿੱਥੇ ਪਹੁੰਚ ਜਾਂਦਾ? ਚੌਥਾ ਪਦ। ਚੌਥਾ ਪਦ ਕੀ ਹੁੰਦਾ ਹੈ? ਜਿਵੇਂ 3 ਮੰਨੇ ਜਾਂਦੇ ਹਨ ਕਿ ਰਾਜਸ ਤਾਮਸ ਸਾਤਕ, ਰਜੋ ਤਮੋ ਤੇ ਸਤੋ, ਇਹਨਾਂ ਤੋਂ ਉੱਪਰ ਉੱਠ ਕੇ ਮਨ ਦਾ ਉੱਥੇ ਚਲੇ ਜਾਣਾ। ਚੌਥੀ ਅਵਸਥਾ ਤੋਂ ਭਾਵ ਹੈ ਮਨ ਦਾ ਉੱਥੇ ਜਾ ਕੇ ਸਮਾ ਜਾਣਾ, ਜਿੱਥੇ ਜਾ ਕੇ ਮਨ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ, ਜਿੱਥੇ ਜਾ ਕੇ ਇਹ ਅਵਸਥਾ ਬਣਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਜਿੱਥੇ ਮਨ ਪ੍ਰਭੂ ਦਾ ਹੀ ਸਰੂਪ ਬਣ ਜਾਂਦਾ ਹੈ, ਜਿਸ ਦੇ ਬਾਰੇ ਭਗਤ ਕਬੀਰ ਸਾਹਿਬ ਕਹਿੰਦੇ ਚੌਥੀ ਅਵਸਥਾ ਕੀ ਹੈ ਕਿ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ। ਭਈ ਮੈਂ ਉਹ ਸਿੰਘਾਸਨ ਪ੍ਰਾਪਤ ਕਰ ਲਿਆ ਆਪਣੇ ਅੰਦਰ। ਹਿਰਦੇ ਦੀ ਗੱਲ ਕਰਦੇ ਨੇ ਭਗਤ ਕਬੀਰ ਸਾਹਿਬ ਜੀ ਕਿ ਮੈਂ ਆਪਣੇ ਅੰਦਰ ਹੀ ਉਸ ਸਿੰਘਾਸਨ ਉੱਤੇ ਬੈਠ ਗਿਆ ਜਾ ਕੇ, ਜਿਹੜਾ ਮੇਰੇ ਅੰਦਰ ਹੀ ਪ੍ਰਮਾਤਮਾ ਨੇ ਬਣਾਇਆ। ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਸਾਰੰਗ ਪਾਣੀ ਭਾਵ ਪ੍ਰਮਾਤਮਾ, ਉਹ ਪਰਮੇਸ਼ਰ ਮਿਲ ਗਿਆ। ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਣੀ, ਉਹਨੂੰ ਕਹਿੰਦੇ ਨੇ ਉਹ ਚੌਥੀ ਅਵਸਥਾ, ਜਿੱਥੇ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਕੋਈ ਪਹਿਚਾਣ ਨਹੀਂ ਕਰ ਸਕਦਾ, ਮੈਂ ਤੇ ਰੱਬ ਇੱਕ ਹੀ ਰੂਪ ਹੋ ਗਏ ਆ, ਭਾਵ ਮੇਰਾ ਤੇ ਰੱਬ ਦਾ ਜਿਹੜਾ ਸੁਮੇਲ ਹੈ, ਸੰਬੰਧ ਹੈ, ਇੱਦਾਂ ਦਾ ਬਣ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੁਣ ਕਬੀਰ ਨਹੀਂ ਰਹਿ ਗਿਆ, ਹੁਣ ਤਾਂ ਮੈਂ ਰੱਬ ਦਾ ਹੀ ਰੂਪ ਬਣ ਗਿਆ ਹਾਂ, ਪਰਮੇਸ਼ਰ ਦਾ ਹੀ ਰੂਪ ਬਣ ਗਿਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਉੱਥੇ ਕੋਈ ਵਿਰਲਾ ਹੀ ਜੀਵ ਹੈ ਜਿਹੜਾ ਪਹੁੰਚਦਾ ਹੈ, ਉਹਦਾ ਮਨ ਪਤੀਜ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਚੰਗੀ ਤਰ੍ਹਾਂ। ਉਸ ਵੀ ਜੀਵ ਨੂੰ ਚੌਥੇ ਪਦ ਦੀ ਅਵਸਥਾ ਪ੍ਰਾਪਤ ਹੋ ਗਈ। ਗੁਰਸਿੱਖ ਹੰਸ ਨੂੰ ਸਾਚੇ ਨਿਰਮਲ ਮੈਲ ਨਾ ਲਾਗੇ। ਸਾਹਿਬ ਕਹਿੰਦੇ ਨੇ ਸੱਚ ਹਮੇਸ਼ਾ ਹੀ ਨਿਰਮਲ ਹੈ, ਸੱਚ ਕਦੀ ਵੀ ਮੈਲਾ ਨਹੀਂ ਹੈ, ਸੱਚ ਪੁਰਾਣਾ ਹੋਵੇ ਨਾ ਹੀ। ਸਾਹਿਬ ਜੀ ਕਹਿੰਦੇ ਨੇ ਨਾ ਤੇ ਕਦੀ ਪੁਰਾਣਾ ਹੁੰਦਾ, ਸੀਤਾ ਕਦੇ ਨਾ ਪਾਟੇ, ਇਹ ਕਦੀ ਖਤਮ ਹੋਣ ਵਾਲਾ ਨਹੀਂ। ਤੇ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਸਾਚੇ ਨਿਰਮਲ, ਜਿਹੜੇ ਜੀਵ ਗੁਰਸਿੱਖ ਹੰਸਾਂ ਦੀ ਸੱਚ ਪ੍ਰਮਾਤਮਾ ਨਾਲ ਸਾਂਝ ਪੈ ਗਈ, ਮੈਲ ਨਾ ਲਾਗੇ, ਫਿਰ ਕਦੇ ਵੀ ਵਿਕਾਰਾਂ ਦੀ ਮੈਲ ਉਹਨਾਂ ਨੂੰ ਲੱਗਦੀ ਨਹੀਂ। ਗੁਰ ਕੈ ਸ਼ਬਦ ਭਰਮ ਭਉ ਭਾਗੈ, ਗੁਰੂ ਦੇ ਸ਼ਬਦ ਰਾਹੀਂ ਉਹ ਆਪਣੇ ਅੰਦਰ ਦੇ ਭਰਮ ਸਾਰੇ ਖਤਮ ਕਰ ਲੈਂਦੇ ਹਨ, ਉਹਨਾਂ ਅੰਦਰ ਕੋਈ ਭਰਮ ਰਹਿ ਹੀ ਨਹੀਂ ਜਾਂਦਾ। ਸੂਰਤ ਮੂਰਤ ਆਦ ਅਨੂਪ, ਉਹਦਾ ਪ੍ਰਭੂ ਪਰਮਾਤਮਾ ਹੈ ਜਿਹਦੀ ਸੂਰਤ, ਜਿਹਦੀ ਮੂਰਤ, ਅਨੂਪ ਦਾ ਅਰਥ ਹੁੰਦਾ ਹੈ ਸੁੰਦਰ। ਆਦ ਕਾਲ ਤੋਂ ਜਿਹੜਾ ਪਰਮਾਤਮਾ ਤੁਰਿਆ ਆਉਂਦਾ ਹੈ, ਜਿਹੜਾ ਇਤਨਾ ਸੁੰਦਰ ਹੈ, ਇਤਨਾ ਸੁੰਦਰ ਹੈ, ਉਹਦੀ ਸੁੰਦਰਤਾ ਵੀ ਨਹੀਂ ਬਿਆਨ ਕੀਤੀ ਜਾ ਸਕਦੀ ਵੀ ਕਿਹਦੇ ਵਰਗਾ ਉਸ ਪਰਮਾਤਮਾ ਨੂੰ ਕਿਹਾ ਜਾਵੇ। ਸਾਹਿਬ ਜੀ ਕਹਿੰਦੇ ਉਹ ਬਹੁਤ ਸੁੰਦਰ ਹੈ, ਉਹ ਜਿਹੜਾ ਨਿਰੰਕਾਰ ਪਰਮਾਤਮਾ ਹੈ ਜਿਹਦੀ ਸੂਰਤ ਤੇ ਮੂਰਤ ਆਦ ਕਾਲ ਤੋਂ ਹੀ ਇੱਕ ਹੀ ਤੁਰੀ ਆਉਂਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਨਾਨਕ ਜਾਚੈ ਸਾਚ ਸਰੂਪ। ਜਾਚੇ ਦਾ ਭਾਵ ਹੁੰਦਾ ਮੰਗਣਾ। ਸਾਹਿਬ ਜੀ ਕਹਿੰਦੇ ਨੇ ਮੈਂ ਉਸ ਮਾਲਕ ਤੋਂ ਬਸ ਉਸੇ ਸਰੂਪ ਦੀ ਹੀ ਜਾਚਨਾ ਕਰਦਾ ਹਾਂ, ਮੰਗਦਾ ਹਾਂ ਪਰਮਾਤਮਾ ਦੇ ਕੋਲੋਂ। ਉਹ ਜਿਹੜਾ ਸਰੂਪ ਹੈ ਆਦ ਕਾਲ ਤੋਂ, ਜਿਹੜਾ ਪ੍ਰਭੂ ਪਰਮਾਤਮਾ ਦਾ ਸੁੰਦਰ ਸਰੂਪ ਹੈ, ਉਹ ਸੁੰਦਰ ਸਰੂਪ ਹੀ ਸਾਡੇ ਅੰਦਰ ਵਸ ਜਾਏ, ਇਹੀ ਅੰਦਰ ਦੀ ਜਾਚਨਾ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਕੀਤੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ। ਸਾਹਿਬ ਗੁਰਬਾਣੀ ਅੰਦਰ ਕਹਿੰਦੇ ਨੇ ਮਨੁੱਖਾ ਜੀਵਨ ਵੀ ਇੱਕ ਮਾਨ ਸਰੋਵਰ ਦੀ ਤਰ੍ਹਾਂ ਹੈ, ਇਹਦੇ ਵਿੱਚ ਵੀ ਬਹੁਤ ਪਰਮਾਤਮਾ ਦੇ ਰੱਬੀ ਗੁਣ ਕੀਮਤੀ ਭਰੇ ਪਏ ਨੇ। ਕੋਈ ਜੀਵ ਆਪੇ ਦੀ ਪਹਿਚਾਣ ਕਰਕੇ ਆਪਣੇ ਅੰਦਰੋਂ ਪ੍ਰਾਪਤ ਕਰ ਲਵੇ। ਜਿਵੇਂ ਰੋਜ਼ ਆਪਾਂ ਪੜ੍ਹਦੇ ਹਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਵੀ ਕਿ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇਸ ਪ੍ਰਭੂ ਪਰਮਾਤਮਾ ਨੇ ਸਾਡੀ ਮੱਤ ਵਿੱਚ ਬੜੇ ਕੀਮਤੀ ਗੁਣ ਭਰੇ ਪਏ ਨੇ, ਪਰ ਕੋਈ ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਾਪਤ ਕਰ ਲਵੇ। ਸਾਹਿਬ ਨੇ ਬਾਣੀ ਵਿੱਚ ਹੋਰ ਵੀ ਬਚਨ ਕੀਤੇ ਹਨ ਕਿ ਰਤਨਾ ਰਤਨ ਪਦਾਰਥਾ ਬਹੁ ਸਾਗਰ ਭਰਿਆ ਰਾਮ। ਉੱਥੇ ਸਰੀਰ ਦੀ ਗੱਲ ਕੀਤੀ ਹੈ, ਰਤਨਾਂ ਦੇ ਨਾਲ ਭਰਿਆ ਪਿਆ ਸਾਡਾ ਜਿਹੜਾ ਸਰੀਰ ਹੈ, ਇਹਦੇ ਵਿੱਚ ਕੀਮਤੀ ਗੁਣ ਪਰਮਾਤਮਾ ਨੇ ਪਾਏ ਹੋਏ ਹਨ। ਰਤਨਾ ਰਤਨ ਪਦਾਰਥਾ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ 3 ਹੱਥ ਚੜਿਆ ਰਾਮ। ਭਾਈ ਜਿਨ੍ਹਾਂ ਦਾ ਮਨ ਗੁਰਬਾਣੀ ਨਾਲ ਲੱਗ ਜਾਂਦਾ ਹੈ, ਗੁਰੂ ਦੇ ਬਚਨਾਂ ਨਾਲ ਲੱਗ ਜਾਂਦਾ, ਉਹਨਾਂ ਨੂੰ ਇਹ ਪ੍ਰਾਪਤ ਹੋ ਜਾਂਦੇ ਹਨ। ਗੁਰਬਾਣੀ ਲਾਗੇ 3 ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਜਿਨ੍ਹਾਂ ਨੇ ਗੁਰਬਾਣੀ ਨਾਲ ਸਾਂਝ ਪਾ ਲਈ, ਉਹਨਾਂ ਨੂੰ ਪਰਮਾਤਮਾ ਨੇ ਨਿਰਮੋਲਕ ਕੀਮਤੀ ਜਿਹੜੇ ਗੁਣ ਸਨ
ਪ੍ਰਭੂ ਦੇ ਕੋਲੋਂ ਉਹਨਾਂ ਨੇ ਪ੍ਰਾਪਤ ਕਰ ਲਏ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਹੈ ਵਾਹਿਗੁਰੂ ਪਰਮਾਤਮਾ, ਤੇਰੇ ਹਰੀ ਪਰਮਾਤਮਾ ਤੇਰੇ ਗੁਣ ਗਾ ਗਾ ਕੇ ਤੇਰੇ ਕੋਲੋਂ ਉਹ ਜਿਹੜਾ ਅਤੋਲਕ, ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਉਹ ਕੀਮਤੀ ਗੁਣ ਤੇਰੀ ਭਗਤੀ ਦੇ ਭੰਡਾਰੇ ਵਿੱਚੋਂ ਗੁਰਸਿੱਖ ਹੰਸਾਂ ਨੂੰ ਪ੍ਰਾਪਤ ਹੋ ਗਏ। ਸਮੁੰਦ ਵਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਸਰੀਰ ਵੀ ਇੱਕ ਸਮੁੰਦਰ ਦੀ ਤਰ੍ਹਾਂ ਹੈ, ਸਾਗਰ ਦੀ ਤਰ੍ਹਾਂ ਹੈ, ਜਿਹਨੂੰ ਵਿਰੋਲ ਕੇ, ਜਿਹਨੂੰ ਚੰਗੀ ਤਰ੍ਹਾਂ ਅੰਦਰ ਰਿੜਕ ਕੇ ਵੇਖਿਆ ਤੇ ਸਾਹਿਬ ਕਹਿੰਦੇ ਇਹਦੇ ਵਿੱਚੋਂ ਹੀ ਉਹ ਅਨੂਪ ਵਸਤੂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਗਿਆ। ਤੇ ਇਹ ਸਮਝ ਆ ਗਈ ਕਿ ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਪਰਮਾਤਮਾ ਤੇ ਗੁਰੂ ਇੱਕ ਹੀ ਰੂਪ ਹਨ, ਇਹ ਦੋ ਨਹੀਂ ਹਨ। ਗੁਰ ਪਰਮੇਸ਼ਰ ਏਕੋ ਜਾਨ। ਤੋ ਸਾਹਿਬ ਕਿਰਪਾ ਕਰਦੇ ਨੇ, ਜਦੋਂ ਗੁਰਸਿੱਖ ਹੰਸ ਇਸ ਤਰ੍ਹਾਂ ਗੁਰੂ ਦੇ ਮਾਨ ਸਰੋਵਰ ਤੇ ਆਉਂਦਾ ਹੈ, ਫਿਰ ਉਹਨੂੰ ਰੱਬੀ ਪਰਮਾਤਮਾ ਦੇ ਗੁਣ ਜਿਹੜੇ ਹਨ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਗੁਰਸਿੱਖ ਹੰਸ ਦੀ ਖੁਰਾਕ ਹੀ ਇਸ ਮਾਨ ਸਰੋਵਰ ਤੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਲੇ ਮਾਨ ਸਰੋਵਰ ਤੇ ਗੁਰੂ ਕਿਰਪਾ ਕਰੇ ਅਸੀਂ ਵੀ ਇਸ ਮਾਨ ਸਰੋਵਰ ਤੋਂ ਗੁਰਸਿੱਖ ਹੰਸ ਬਣ ਕੇ ਚੁੱਭੀਆਂ ਮਾਰ ਕੇ ਰੱਬੀ ਗੁਣ ਗੁਰੂ ਜੀ ਦੇ ਕੋਲੋਂ ਪ੍ਰਾਪਤ ਕਰੀਏ, ਜਿਨ੍ਹਾਂ ਰੱਬੀ ਗੁਣਾਂ ਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਹੋ ਸਕਦੇ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।